ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕਰਾਂਗੇ ਅਸੀਂ ਛਾਪਿਆਂ ਦੀ, ਈਡੀ ਦੀ, ਇਲੈਕਸ਼ਨ ਦੀ, ਟਾਈਮਿੰਗ ਦੀ। ਇਹ ਸਾਰੇ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਕਿਉਂਕਿ ਜਦੋਂ ਈਡੀ ਦੀ ਰੇਡ ਪੈਂਦੀ ਹੈ ਤਾਂ ਫਿਰ ਸਭ ਤੋਂ ਪਹਿਲਾ ਸਵਾਲ ਟਾਈਮਿੰਗ ਨੂੰ ਲੈ ਕੇ ਚੁੱਕਿਆ ਜਾਂਦਾ ਹੈ। ਇੱਕ ਵਾਰ ਫਿਰ ਤੋਂ ਟਾਈਮਿੰਗ ਨੂੰ ਲੈ ਕੇ ਸਵਾਲ ਹੋ ਰਿਹਾ ਹੈ। ਈਡੀ ਦਾ ਛਾਪਾ ਪਿਆ ਪੰਜਾਬ ਦੇ ਵਿੱਚ। ਸਾਰੇ ਜਾਣਦੇ ਨੇ ਕਿ ਮੰਗਲਵਾਰ ਨੂੰ ਰੇਡ ਹੋਈ ਸੀ ਔਰ ਮੁੱਖ ਮੰਤਰੀ ਦੀ ਪਤਨੀ ਦੀ ਭਾਣਜੀ ਦੇ ਕੋਲੋਂ ਕੁਝ ਨਕਦੀ ਬਰਾਮਦ ਹੋਈ। ਇਹ ਇਲਜ਼ਾਮ ਲੱਗ ਰਹੇ ਨੇ 8-10 ਕਰੋੜ ਰੁਪਏ ਦਾ ਜ਼ਿਕਰ ਹੋ ਰਿਹਾ ਹੈ। ਪਰ ਇਸ ਸਭ ਦੇ ਵਿਚਾਲੇ ਅਰਵਿੰਦ ਕੇਜਰੀਵਾਲ ਵੀ ਸਾਹਮਣੇ ਆਉਂਦੇ ਨੇ। ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਸਤਿੰਦਰ ਜੈਨ ਜੋ ਸਿਹਤ ਮੰਤਰੀ ਨੇ ਦਿੱਲੀ ਸਰਕਾਰ ਦੇ ਵਿੱਚ, ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਉਹਨਾਂ ਦੇ ਉੱਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਹੋ ਰਹੀ ਹੈ। ਸਵਾਲ ਇੱਥੇ ਵੀ ਟਾਈਮਿੰਗ ਨੂੰ ਲੈ ਕੇ ਨੇ। ਸਵਾਲ ਹੁਣ ਇਹੀ ਹੈ ਕਿ ਜਦੋਂ ਇਲੈਕਸ਼ਨ ਬਿਲਕੁਲ ਨਜ਼ਦੀਕ ਹੋਣ, 10 15 20 ਦਿਨ 25 ਦਿਨ ਬਚੇ ਹੋਣ ਇਲੈਕਸ਼ਨ ਨੂੰ, ਤੇ ਉਸ ਤੋਂ ਠੀਕ ਪਹਿਲਾਂ ਇਸ ਤਰੀਕੇ ਦੀਆਂ ਕਾਰਵਾਈਆਂ ਕਿ ਇਲੈਕਸ਼ਨ ਔਰ ਈਡੀ ਦੀ ਕਾਰਵਾਈ ਨੂੰ ਆਪਸ ਦੇ ਵਿੱਚ ਜੋੜਿਆ ਜਾਵੇ ਤਾਂ ਕਿਉਂ, ਜੇ ਨਾ ਜੋੜਿਆ ਜਾਵੇ ਤਾਂ ਕਿਉਂ? ਕਿਉਂਕਿ ਅੱਜ ਦੀ ਰੇਟ ਦੇ ਵਿੱਚ ਜੋ ਕੁਝ ਵੀ ਹੋ ਰਿਹਾ, ਕੋਈ ਪੋਲੀਟੀਕਲ ਸਟੇਟਮੈਂਟ ਆ ਰਹੀ ਹੈ, ਕੋਈ ਪੋਲੀਟੀਕਲ ਦੌਰਾ ਹੋ ਰਿਹਾ ਹੈ ਜਾਂ ਕੁਝ ਵੀ ਹੋ ਰਿਹਾ, ਸਭ ਇਲੈਕਸ਼ਨ ਦੇ ਨਾਲ ਆਟੋਮੈਟਿਕਲੀ ਕਿਤੇ ਨਾ ਕਿਤੇ ਜੁੜੀ ਜਾਂਦਾ ਹੈ। ਤਾਂ ਹੁਣ ਸਵਾਲ ਇਹੀ ਹੈ ਕਿ ਵਾਕਈ ਈਡੀ ਨੂੰ ਇਲੈਕਸ਼ਨ ਦੇ ਨਾਲ ਜੋੜਿਆ ਜਾਵੇ ਜਾਂ ਨਾ ਜੋੜਿਆ ਜਾਵੇ। ਸਵਾਲ ਇਹ ਵੀ ਹੈ ਕਿ ਈਡੀ ਦੇ ਜ਼ਰੀਏ ਕੇਂਦਰ ਦੀ ਸਰਕਾਰ ਕੀ ਬਾਹਾਂ ਮਰੋੜਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ, ਕਿਉਂਕਿ ਇਲਜ਼ਾਮ ਖੁਦ ਸੀਐਮ ਦੇ ਵੱਲੋਂ ਲਗਾਏ ਗਏ ਕਿ ਇਹ ਤਾਂ ਈਡੀ ਦੇ ਜ਼ਰੀਏ ਬਾਹਾਂ ਮਰੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਅੱਜ ਗੱਲ ਹੋਵੇਗੀ ਇਸੇ ਮੁੱਦੇ ਉੱਤੇ ਕਿ ਆਖਿਰ ਜੋ ਇਲਜ਼ਾਮ ਬਾਜ਼ੀਆਂ ਨੇ, ਜੋ ਟਾਈਮਿੰਗ ਦੇ ਉੱਤੇ ਸਵਾਲ ਹੈ, ਉਹ ਆਖਿਰ ਕਿਉਂ, ਤੇ ਜੇਕਰ ਛਾਪੇ ਪੈ ਰਹੇ ਨੇ ਤਾਂ ਫਿਰ ਇਸ ਨੂੰ ਲੈ ਕੇ ਚਿੰਤਾ ਕਿਉਂ? आने वाले कुछ दिनों में ईडी सत्येंद्र जैन जी को गिरफ्तार करने वाली है। उनका स्वागत है। ਈਡੀ ਦੀ ਛਾਪੇਮਾਰੀ ਦੇ ਬਹਾਨੇ ਕੇਜਰੀਵਾਲ ਲਗਾਤਾਰ ਸੀਐਮ ਚੰਨੀ ਤੇ ਨਿਸ਼ਾਨੇ ਸਾਧ ਰਹੇ ਨੇ ਤੇ ਹੁਣ ਪੰਜਾਬ ਚੁਣਾਵ ਤੋਂ ਪਹਿਲਾਂ ਕੇਜਰੀਵਾਲ ਨੂੰ ਆਪਣੇ ਹੀ ਮੰਤਰੀ ਸਤਿੰਦਰ ਜੈਨ ਦੀ ਗ੍ਰਿਫਤਾਰੀ ਦਾ ਖਦਸ਼ਾ ਸਤਾਉਣ ਲੱਗਿਆ ਹੈ। ਹਾਲਾਂਕਿ ਉਹਨਾਂ ਨੇ ਸਾਫ਼ ਕੀਤਾ ਹੈ ਕਿ ਨਾ ਤਾਂ ਉਹ ਈਡੀ ਦੀ ਛਾਪੇਮਾਰੀ ਤੋਂ ਡਰਦੇ ਨੇ ਅਤੇ ਨਾ ਹੀ ਜੇਲ੍ਹ ਜਾਣ ਤੋਂ। आने वाले कुछ दिनों में ईडी सत्येंद्र जैन जी को गिरफ्तार करने वाली है। उनका स्वागत है। सत्येंद्र जैन के ऊपर पहले भी केंद्र सरकार 2 बार रेड करवा चुकी है। उन रेड में उन्हें कुछ नहीं मिला। फिर से वो अगर आना चाहते हैं, उनका बहुत बहुत स्वागत है। ਕੇਜਰੀਵਾਲ ਨੇ ਕੇਂਦਰ ਸਰਕਾਰ ਤੇ ਜੰਮ ਕੇ ਹਮਲਾ ਬੋਲਿਆ ਤੇ ਲੱਗੇ ਹੱਥ ਸੀਐਮ ਚੰਨੀ ਨੂੰ ਵੀ ਨਹੀਂ ਬਖਸ਼ਿਆ। ਕੇਜਰੀਵਾਲ ਨੇ ਕਿਹਾ ਕਿ ਚੰਨੀ ਦੀ ਤਰ੍ਹਾਂ ਉਹ ਈਡੀ ਦੀ ਛਾਪੇਮਾਰੀ ਤੋਂ ਡਰਨਗੇ ਨਹੀਂ ਅਤੇ ਉਹਦਾ ਡਟ ਕੇ ਮੁਕਾਬਲਾ ਕਰਨਗੇ। हमें ना जेल जाने से डर लगता, ना आपकी रेड से डर लगता है। हम चन्नी जी की तरह रोएंगे नहीं, हम चन्नी जी की तरह बौखलाएंगे नहीं। बुरी तरह से बौखलाए हुए चन्नी जी। हाय रे, मर गया रे, मेरे ऊपर रेड कर दी रे, मेरे रिश्तेदारों पे रेड कर दी रे। क्यों बौखलाए हुए हैं? वो बौखलाए हुए हैं क्योंकि उन्होंने गलत काम किए हैं, उनकी गलतियां पकड़ी गई। मैं तो देखो पंजाब में इलेक्शन है, पॉलिटिक्स ही है। अब देखो पंजाब के इलेक्शन आ रहे हैं तो इसकी वजह से लगता है। पिछली बार भी पंजाब इलेक्शन से पहले ही स्टार्ट हुआ था, तो मेरे यहाँ पे रेड वेड हुई थी, तब भी पंजाब इलेक्शन थे। 2017 में पंजाब इलेक्शन से पहले हुआ था, अब फिर पंजाब इलेक्शन है दोबारा से लगता है। ਸਵਾਲ ਇਹ ਹੈ ਕਿ ਆਪਣੇ ਹੀ ਮੰਤਰੀ ਦੀ ਗ੍ਰਿਫਤਾਰੀ ਦਾ ਖਦਸ਼ਾ ਜਤਾਉਣ ਵਾਲੇ ਕੇਜਰੀਵਾਲ ਦਾ ਇਹ ਪੋਲੀਟੀਕਲ ਸਟੰਟ ਹੈ ਜਾਂ ਫਿਰ ਪੰਜਾਬ ਚੁਣਾਵ ਤੋਂ ਪਹਿਲਾਂ ਅੰਧੇਰੇ ਵਿੱਚ ਛੱਡਿਆ ਗਿਆ ਇੱਕ ਤੀਰ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਸਵਾਲ ਤਾਂ ਇਹ ਵੀ ਹੈ ਕਿ ਇਹ ਪੋਲੀਟੀਕਲ ਸਟੰਟ ਹੈ ਕਿ ਨਹੀਂ ਹੈ, ਕਿ ਬਾਕੀ ਪੋਲੀਟੀਕਲ ਸਟੰਟ ਨਹੀਂ ਜੇ ਆ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਵੇ ਔਰ ਇਹ ਪਹਿਲਾਂ ਤੋਂ ਹੀ ਖਦਸ਼ੇ ਜਤਾਏ ਜਾਣ ਲੱਗਣ ਕਿ ਗ੍ਰਿਫਤਾਰੀ ਹੋ ਸਕਦੀ ਹੈ ਇੱਕ ਵੱਡੇ ਚਿਹਰੇ ਦੀ ਦਿੱਲੀ ਸਰਕਾਰ ਦੇ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ, ਜਿਹੜੇ ਮਹਿਮਾਨ ਅੱਜ ਸਾਡੇ ਨਾਲ ਜੁੜ ਰਹੇ ਨੇ ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸਾਡੇ ਨਾਲ ਅਰਸ਼ਪ੍ਰੀਤ ਸਿੰਘ ਖੜਿਆਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਖੜਿਆਲ ਸਾਹਿਬ ਸਵਾਗਤ ਹੈ। ਅਰਸ਼ਦੀਪ ਸਿੰਘ ਕਲੇਰ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਕਲੇਰ ਸਾਹਿਬ ਸਵਾਗਤ ਹੈ। ਸਾਡੇ ਨਾਲ ਜੈਬੰਸ ਸਿੰਘ ਜੀ ਜੁੜ ਰਹੇ ਨੇ ਜੋ ਕਿ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਜੈਬੰਸ ਜੀ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਨੀਲ ਗਰਗ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਗਰਗ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਬੀਜੇਪੀ ਦਾ ਰਿਐਕਸ਼ਨ ਲਵਾਂਗਾ ਕਿਉਂਕਿ ਐਲੀਗੇਸ਼ਨਸ ਈਡੀ
ਦੇ ਜ਼ਰੀਏ ਕੇਂਦਰ ਦੀ ਸਰਕਾਰ ਦੇ ਉੱਤੇ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਜੈਬਾਨ ਜੀ, ਬੀਜੇਪੀ ਦੇ ਉੱਤੇ ਸਿੱਧੇ ਸਿੱਧੀ ਉਂਗਲ ਚੁੱਕੀ ਜਾ ਰਹੀ ਹੈ, ਚਾਹੇ ਕਾਂਗਰਸ ਹੋਵੇ ਔਰ ਦੂਜੇ ਪਾਸੇ ਚਾਹੇ ਆਮ ਆਦਮੀ ਪਾਰਟੀ ਹੋਵੇ, ਤੇ ਇਲਜ਼ਾਮ ਇਹੀ ਨੇ ਕਿ ਏਜੰਸੀਆਂ ਦਾ ਇਸਤੇਮਾਲ ਇਲੈਕਸ਼ਨ ਤੋਂ ਪਹਿਲਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਥੈਂਕ ਯੂ ਜੀ। ਗੌਰਵ ਸਾਹਿਬ, ਤੁਹਾਡੇ ਇੱਥੇ ਬੋਲਣ ਦਾ ਮੌਕਾ ਮਿਲਿਆ। ਸਭ ਤੋਂ ਪਹਿਲੇ ਤੇ ਤੁਸੀਂ ਆਪਣੇ ਆਪ ਹੀ ਬੜਾ ਵਧੀਆ ਇੱਕ ਵਰਡ ਯੂਜ਼ ਕਰ ਦਿੱਤਾ ਕਿ ਇਹ ਇਹਨਾਂ ਦਾ ਸਟੰਟ ਹੈ, ਆਮ ਆਦਮੀ ਪਾਰਟੀ ਦਾ ਸਟੰਟ। ਇਟਸ ਅ ਗੁੱਡ ਵਰਡ, ਸਟੰਟ। ਤੇ ਇੱਕ ਸਰਵਿੰਗ ਚੀਫ ਮਿਨਿਸਟਰ ਦੇ ਬਾਰੇ ਮੈਂ ਐਸੀਆਂ ਚੀਜ਼ਾਂ ਕਹਿਣੀਆਂ ਨਹੀਂ ਚਾਹੁੰਦਾ ਵਾਂ, ਪਰ ਸਾਡੇ ਕੇਜਰੀਵਾਲ ਸਾਹਿਬ ਬਹੁਤ ਵੱਡੇ ਡਰਾਮੇਬਾਜ਼ ਨੇ। ਕੋਈ ਵੀ ਐਸਾ ਮੌਕਾ ਜਿਹਦੇ ਵਿੱਚ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੁਝ ਮੀਡੀਆ ਸੈਂਸੇਸ਼ਨਲਿਜ਼ਮ ਮਿਲ ਜਾਏ, ਹੀ ਥਰਾਈਵਸ ਔਨ ਸੈਂਸੇਸ਼ਨਲਿਸਟ ਮੀਡੀਆ, ਇਹਨਾਂ ਨੂੰ ਮੀਡੀਆ ਦੀ ਸੈਂਸੇਸ਼ਨਲਿਜ਼ਮ ਮਿਲ ਜਾਏ, ਉਸ ਮੌਕੇ ਨੂੰ ਇਹ ਛੱਡਦੇ ਨਹੀਂ। ਤੇ ਵਿਕਟਿਮ ਕਾਰਡ ਖੇਡਣਾ ਇਹਨਾਂ ਦਾ ਇੱਕ ਬਹੁਤ ਪੁਰਾਣਾ ਇੱਕ ਮੈਥਡ ਹੈਗਾ, ਜਿਹਦੇ ਨਾਲ ਇਹ ਚੀਫ ਮਿਨਿਸਟਰ ਵੀ ਬਣੇ ਨੇ ਤੇ ਅੱਗੇ ਵੀ ਇਹ ਰਹਿਣਾ ਚਾਹੁੰਦੇ ਨੇ ਉਸੇ ਲੈਵਲ ਦੇ ਉੱਤੇ। ਮੈਂ ਤੇ ਸਭ ਤੋਂ ਪਹਿਲੇ ਇਹ ਜਾਣਨਾ ਚਾਹੁੰਦਾ, ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ, ਮੈਂ ਪਹਿਲੇ ਈਡੀ ਨੂੰ ਤੇ ਸੀਬੀਆਈ ਨੂੰ ਪੁੱਛਣਾ ਚਾਹੁੰਦਾ ਕਿ ਉਹ ਐਸੀਆਂ ਸੋਰਸਿਸ ਪਤਾ ਕਰਨ ਕਿ ਕੇਜਰੀਵਾਲ ਸਾਹਿਬ ਦੀਆਂ ਉਹ ਸੋਰਸਿਸ ਕੌਣ ਨੇ, ਕਿਉਂਕਿ ਰੇਡ ਇੱਕ ਬੜੀ ਕੌਨਫੀਡੈਂਸ਼ੀਅਲ ਚੀਜ਼ ਹੁੰਦੀ ਹੈ ਤੇ ਐਸੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਕਿੱਥੋਂ ਦੀ ਆਈ ਆਮ ਆਦਮੀ ਪਾਰਟੀ ਦੇ ਕੋਲ, ਜਿਹਦੇ ਬਾਰੇ ਚ ਉਹਨਾਂ ਦੇ ਚੀਫ ਮਿਨਿਸਟਰ ਨੇ ਓਪਨ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਰ ਦਿੱਤੀ। ਉਹ ਸੋਰਸਿਸ ਕਿਹੜੀਆਂ ਨੇ, ਉਹ ਮੋਲ ਕਿਹੜੇ ਨੇ ਈਡੀ ਦੇ ਵਿੱਚ ਤੇ ਇਸ ਇਨਵੈਸਟੀਗੇਸ਼ਨ ਏਜੰਸੀਜ਼ ਦੇ ਵਿੱਚ। ਮੇਰਾ ਖਿਆਲ ਇਹਦੇ ਉੱਤੇ ਬੀਜੇਪੀ ਨੂੰ ਤੇ ਯੂਨੀਅਨ ਗਵਰਨਮੈਂਟ ਨੂੰ ਇਹਦੇ ਉੱਤੇ ਇੱਕ ਇਨਕੁਆਇਰੀ ਕਰਨੀ ਚਾਹੀਦੀ ਹੈ, ਬਿਕੋਜ਼ ਦਿਸ ਇਜ਼ ਦ ਮੋਸਟ ਸੀਰੀਅਸ ਮੈਟਰ ਇਨ ਦਿਸ ਪ੍ਰੈਸ ਕਾਨਫਰੰਸ ਮੇਰੇ ਹਿਸਾਬ ਦੇ ਨਾਲ। ਦੂਸਰੀ ਗੱਲ, ਉਹਨਾਂ ਨੇ ਇਹ ਵੀ ਇੱਕ ਮੌਕਾ ਨਹੀਂ ਛੱਡਿਆ, ਮਤਲਬ ਸਤਿੰਦਰ ਜੈਨ ਇਸ ਵੇਲੇ ਇੱਥੇ ਆਏ ਹੋਏ ਨੇ ਪੰਜਾਬ ਦੇ ਵਿੱਚ, ਹੀ ਹੈਜ਼ ਕਮ ਓਵਰ ਦੇਅਰ ਆਪਣਾ ਇਲੈਕਸ਼ਨ ਦਾ ਕੈਂਪੇਨ ਕਰਨ ਵਾਸਤੇ, ਤੇ ਉਹਨਾਂ ਦੀ ਇਲੈਕਸ਼ਨ ਦੀ ਕੈਂਪੇਨ ਨੂੰ ਥੋੜਾ ਜਿਹਾ ਬੂਸਟ ਕਰਨ ਵਾਸਤੇ ਬਿਲਕੁਲ ਟਾਈਮਲੀ ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਹੈ। ਫਿਰ ਉਹਨਾਂ ਨੇ ਇੱਕ ਮੌਕਾ ਨਹੀਂ ਛੱਡਿਆ ਇਹ ਕਹਿਣ ਵਾਸਤੇ ਕਿ ਮਤਲਬ ਟਾਰਗੇਟਿੰਗ ਕਾਂਗਰਸ, ਜਿਹਨੂੰ ਕਿ ਉਹ ਆਪਣਾ ਬਹੁਤ ਵੱਡਾ ओपोजिशन मानते ने उत्थे कि चंडी साहब तो बुखलाए हुए थे, हम तो बुखलाएंगे नहीं। तो इन्हां गल्लां तो गौरव जी बिल्कुल साफ पता नहीं लग जाता कि ये एक इलेक्शन स्टंट है, एक ड्रामेबाजी है, सेंसेशनलिज्म है, ये झूठ है। ऑल दीज थिंग्स सारियां पता लग जांदियां ने ਇਹਦੇ ਤੋਂ। ਬਾਕੀ ਰਹਿ ਗਈ ਗੱਲ, ਮੈਂ ਬਾਕੀ ਮਹਿਮਾਨਾਂ ਦਾ ਰੁਖ ਕਰਾਂ, ਪਰ ਉਸ ਤੋਂ ਪਹਿਲਾਂ ਮੈਂ ਜਿਹੜਾ ਸਵਾਲ ਤੁਹਾਨੂੰ ਕਰ ਰਿਹਾ, ਜੋ ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਈਡੀ ਦੀ ਕਾਰਵਾਈ ਨੂੰ ਇਲੈਕਸ਼ਨ ਦੇ ਨਾਲ ਨਾ ਜੋੜੀਏ, ਜੇ ਨਾ ਜੋੜੀਏ ਤਾਂ ਕਿਉਂ, ਜੇ ਜੋੜੀਏ ਤਾਂ ਕਿਉਂ। ਜਦੋਂ ਬਿਲਕੁਲ ਇਲੈਕਸ਼ਨ ਤੋਂ 20-25 ਦਿਨ ਪਹਿਲਾਂ 30 ਦਿਨ ਪਹਿਲਾਂ ਕਿਸੇ ਦਾ ਛਾਪਾ ਪੈ ਗਿਆ ਔਰ ਤਸਵੀਰਾਂ ਨੋਟਾਂ ਵਾਲੀਆਂ ਬਾਹਰ ਆ ਗਈਆਂ, ਤਾਂ ਫਿਰ ਚਰਚਾ ਤਾਂ ਹੋਏਗੀ ਕਿ ਇਲੈਕਸ਼ਨ ਹੈ ਔਰ ਪੋਲੀਟੀਕਲ ਵੈਂਡੇਟੇ ਦਾ ਜ਼ਿਕਰ ਤਾਂ ਵਿਰੋਧੀ ਕਰਨਗੇ। गौरव जी, ईडी एक ऑटोनोमस बॉडी हैगी है, वो अपना काम कर रही है। अगर उन्होंने कोई छापे मारे ने पंजाब दे विच ते उत्थे बहुत वड्डी एक राशि जो है वो बरामद हुई है। मैं उस टाइम दे उत्ते भी एक बार आया सीगा, आई केम ऑन टेलीविजन, मैं क्या भी इन्हां चीज़ां नूं पॉलिटिसाइज नहीं करना, ये तो एक लॉ एंड क्रिमिनैलिटी का केस है, लॉ एंड ऑर्डर एंड क्रिमिनैलिटी का केस, जिहड़ा कि इलैक्शन कोलों पहले शुरू होया, बहुत देर तक अगे चलेगा। तो उस गल नूं तुसीं इलैक्शन दे नाल अगर साफ ही हैगे ने, सीएम चन्नी साफ हैगे ने, तो उन्हां नूं किस गल दी डर हैगा। ते मैं ते ये भी कहना कि अगर उत्थे उन्हां दे घर दे विच फड़िया गया पैसा, ते चीफ मिनिस्टर चन्नी नूं खुद उस इन्वेस्टिगेशन दे विच आना चाहिए है कि उन्हां दा जिहड़ा एक एडा अच्छा पॉलिटिकल कैरियर है ਉਹਦੇ ਉੱਤੇ ਕੋਈ ਲਾਲਚ ਨਾ ਲੱਗੇ, ਉਹਨਾਂ ਨੂੰ ਆਪਣੇ ਆਪ ਨੂੰ ऑफर कर देना चाहिए। ठीक है सर, ਤੁਹਾਡਾ ਕਮੈਂਟ ਆ ਗਿਆ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸਵਾਲ ਇਸ ਕਰਕੇ ਵੀ ਹੈ ਜੈਵੰਸ਼ ਜੀ, ਤੁਸੀਂ ਅੱਜ ਬਿਲਕੁਲ ਕਹਿ ਰਹੇ ਹੋ ਕਿ ਇੰਡੀਪੈਂਡੈਂਟ ਬਾਡੀ ਹੈ, ਕੋਈ ਸੁਤੰਤਰ ਹੈ ਸਭ ਕੁਝ ਈਡੀ, ਪਰ ਬੀਜੇਪੀ ਜਦੋਂ ਆਪੋਜੀਸ਼ਨ ਦੇ ਵਿੱਚ ਸੀ ਸੈਂਟਰ ਦੇ ਵਿੱਚ, ਉਸ ਸਮੇਂ ਤੁਸੀਂ ਵੀ ਇਲਜ਼ਾਮ ਲਗਾਉਂਦੇ ਸੀ, ਚਾਹੇ ਈਡੀ ਹੋਵੇ ਜਾਂ ਸੀਬੀਆਈ ਹੋਵੇ, ਔਰ ਤੋਤੇ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਸੀ। अगर मैं गलत नहीं तो मैं तुहाडे कोल वापस आऊंगा, इस दे उत्ते आपां गलबात अगे वधावांगे। नील गर्ग जी, आम आदमी पार्टी नूं प्रैस कॉन्फ्रेंस करन दी जरूरत पैगी। थोड़े दिन पहला मैं गलबात अरविंद केजरीवाल नाल कर रहा सी, एक इंटरव्यू दे विच उत्थे भी उन्होंने जिक्र किया सी, ईडी दा डर है। देखो गौरव जी, ईडी का डर नहीं हैगा। जे श्री अरविंद केजरीवाल साहब ने अज प्रैस कॉन्फ्रेंस की है तो जरूर उन्होंने कोई इन्फॉर्मेशन होएगी, जरूर इदां दीयां कनसोहां होणगीਆਂ, क्योंकि बीजेपी ਨੂੰ शायद ਸਾਡੇ ਤੋਂ ਵੱਧ ਕੋਈ ਨਹੀਂ ਜਾਣਦਾ। ਉਹਨਾਂ ਦੇ ਵਰਕਿੰਗ ਕਲਚਰ ਨੂੰ, ਵਰਕਿੰਗ ਪੈਟਰਨ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਵੀ ਹਾਂ ਔਰ ਸਮਝਦੇ ਵੀ ਹੈਗੇ ਆ। ਪਿਛਲੇ 7-8 ਸਾਲਾਂ ਦੇ ਵਿੱਚ ਅਸੀਂ ਉਹਨਾਂ ਦਾ ਜਾਨੀ ਕਿ ਵਰਕਿੰਗ ਪੈਟਰਨ ਦੇਖਿਆ ਵੀ ਹੈਗਾ।
ਤੁਸੀਂ ਦੇਖੋ ਇਹ ਕੋਈ ਪਹਿਲੀ ਵਾਰੀ ਨਹੀਂ, ਜਦੋਂ ਕੋਈ ਇਲੈਕਸ਼ਨ ਹੁੰਦਾ ਜਿੱਥੇ ਬੀਜੇਪੀ ਨੂੰ ਹਾਰਨ ਦਾ ਖਦਸ਼ਾ ਹੁੰਦਾ ਹੈਗਾ ਤਾਂ ਆਪਣੇ ਵਿਰੋਧੀਆਂ ਨੂੰ ਡਰਾਉਣ ਵਾਸਤੇ ਜਾਂ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਇਹੋ ਜਿਹੀਆਂ ਕਾਰਵਾਈਆਂ ਇਹ ਕਰਦੇ ਰਹਿੰਦੇ ਆ। ਠੀਕ ਹੈ। ਅੱਜ ਤੇ ਇਹ ਜੈਵੰਸ਼ ਜੀ ਕਹਿ ਰਹੇ ਨੇ ਕਿ ਆਟੋਨੋਮਸ ਬੋਡੀ ਹੈ, ਬਿਲਕੁਲ ਸੰਵਿਧਾਨ ਦੇ ਮੁਤਾਬਕ ਤਾਂ ਆਟੋਨੋਮਸ ਬੋਡੀ ਹੈ, ਸੀਬੀਆਈ ਵੀ ਆਟੋਨੋਮਸ ਬੋਡੀ ਹੈ, ਪਰ ਇਹ ਚਿੱਟਾ ਸੱਚ ਹੈਗਾ, ਸਾਰੇ ਅਸੀਂ ਜਾਣਦੇ ਹੈਗੇ ਆ ਕਿਸ ਤਰੀਕੇ ਨਾਲ ਆਪਣੇ ਨਿੱਜੀ ਵਿਫਾਦ ਲਈ ਇਸ ਨੂੰ ਵਰਤਿਆ ਜਾਂਦਾ ਹੈਗਾ। ਔਰ ਦੂਸਰੀ ਗੱਲ ਮੈਂ ਇੱਕ ਚੀਜ਼ ਹੋਰ ਦੱਸ ਦਿਆਂ, ਇਹ ਪਹਿਲੀ ਵਾਰੀ ਨਹੀਂ ਹੈ, ਇਸ ਤੋਂ ਪਹਿਲਾਂ ਤੁਸੀਂ ਦੇਖੋ ਸਤਿੰਦਰ ਜੈਨ ਜੀ ਤੇ 2 ਵਾਰ ਰੇਡ ਕਰ ਚੁੱਕੀ ਹੈ ਸੀਬੀਆਈ, ਇਹਨਾਂ ਦਾ ਇਨਕਮ ਟੈਕਸ ਡਿਪਾਰਟਮੈਂਟ ਹੈਗਾ, ਇਹਨਾਂ ਦੀ ਦਿੱਲੀ ਦੀ ਪੁਲਿਸ ਹੈਗੀ ਹੈ, ਸਾਡੇ ਡਿਪਟੀ ਸੀਐਮ ਤੇ ਰੇਡ ਕਰ ਚੁੱਕੀ ਹੈ, ਸਾਡੇ ਸੀਐਮ ਸਾਹਿਬ ਤੇ ਰੇਡ ਕਰ ਚੁੱਕੀ ਹੈ, ਔਰ ਉੱਥੋਂ ਮਿਲਿਆ ਕੱਖ ਨਹੀਂ, ਇੱਕ ਸਿਰਫ 10 ਮਫਲਰ ਮਿਲੇ ਸੀ। ਜੇ ਤੁਸੀਂ ਦਿੱਲੀ 'ਚ ਦੇਖੋ ਸਾਡੇ 21 ਐਮਐਲਏ ਦੇ ਉੱਤੇ ਇਹਨਾਂ ਨੇ ਆਪਣੇ ਦਿੱਲੀ ਪੁਲਿਸ ਦੇ ਦੁਆਰਾ ਜਿਹੜਾ ਹੈਗਾ ਅਨਾਪ ਸ਼ਨਾਪ ਝੂਠੇ ਪਰਚੇ ਦਰਜ ਕੀਤੇ, ਜਿਹੜਾ ਕਿ ਜਾ ਕੇ ਨਿਪਟਾਰਾ ਅਦਾਲਤ ਦੇ ਵਿੱਚ ਹੋਇਆ। ਨਹੀਂ, ਤੁਸੀਂ ਸਮੇਂ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰ ਰਹੇ ਹੋ, ਬੀਜੇਪੀ ਇਸ ਤੇ ਵੀ ਸਵਾਲ ਚੁੱਕ ਰਹੀ ਹੈ। ਨਹੀਂ, ਅਸੀਂ ਸਮੇਂ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਨਹੀਂ ਕਰ ਰਹੇ। ਮੈਂ ਤੁਹਾਨੂੰ ਦੱਸਿਆ ਅਸੀਂ ਬੀਜੇਪੀ ਦੇ ਪੈਟਰਨ ਤੋਂ ਜਾਣੂ ਆ, ਅਸੀਂ ਬੀਜੇਪੀ ਦੇ ਪੈਟਰਨ ਤੋਂ ਵਾਕਿਫ ਹੈਗੇ ਆ, ਔਰ ਜੇਕਰ ਸਾਡੇ ਕੋਲ ਇਦਾਂ ਦੀ ਕੋਈ ਇਨਫੋਰਮੇਸ਼ਨ ਹੈ, ਜੇ ਕਨਸੋ ਹੈਗੀ ਹੈ, ਤਾਂ ਕਰ ਅਸੀਂ ਉਹ ਜਿਹੜੀ ਕਿ ਪ੍ਰੈਸ ਕਾਨਫਰੰਸ ਕਰ ਰਹੇ ਹੈਗੇ ਆ, ਕਿਉਂਕਿ ਬੀਜੇਪੀ ਜਦੋਂ ਅੱਜ 5 ਸੂਬਿਆਂ ਦੇ ਵਿੱਚ ਚੋਣਾਂ ਹੈਗੀਆਂ ਨੇ ਔਰ ਬੀਜੇਪੀ ਬੁਰੀ ਤਰ੍ਹਾਂ ਪੰਜਾਬ ਵਰਗੇ ਸੂਬੇ ਦੇ ਵਿੱਚ ਹਾਰ ਰਹੀ ਹੈ, ਇਹਨਾਂ ਦੇ ਪੈਰ ਲੱਗ ਨਹੀਂ ਰਹੇ, ਔਰ ਆਮ ਆਦਮੀ ਪਾਰਟੀ ਦੀ ਇੱਥੇ ਸਰਕਾਰ ਬਣਨ ਜਾ ਰਹੀ ਹੈਗੀ ਹੈ, ਔਰ ਇਸ ਚੀਜ਼ ਤੋਂ ਇਹ ਬਖਲਾਏ ਹੋਏ ਨੇ ਸਾਨੂੰ ਬਦਨਾਮ ਕਰਨ ਵਾਸਤੇ ਇਦਾਂ ਦੀ ਇਹ ਕਾਰਵਾਈ ਕਰ ਸਕਦੇ ਆ। ਔਰ ਅਸੀਂ ਡਰਦੇ ਇਸ ਕਰਕੇ ਨਹੀਂ ਆ ਕਿਉਂਕਿ ਸੱਚੇ ਸੁੱਚੇ ਆ, ਸਾਡੇ ਕੋਲ ਪਹਿਲਾਂ ਕਿਸੇ ਰੇਡ ਦੇ ਵਿੱਚ ਕੁਝ ਨਹੀਂ ਮਿਲਿਆ, ਹੁਣ ਕੀ ਮਿਲਣਾ ਇਹਨਾਂ ਨੂੰ। ਲੇਕਿਨ ਕਿਉਂਕਿ ਜਦੋਂ ਇਹ ਰਾਜਨੀਤਿਕ ਠੀਕ ਹੈ, ਮੈਂ ਇੱਕ ਮਿੰਟ ਲੈ ਲਵਾਂ, ਤੁਹਾਡੀ ਗੱਲ ਆ ਗਈ। ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਬੀਜੇਪੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਦਿੱਲੀ ਦੀ ਵਜ੍ਹਾ ਦੇ ਨਾਲ। ਜੈਬੰਸ਼ ਜੀ, ਇੱਕ ਛੋਟੇ ਜਿਹੇ ਕਮੈਂਟ, ਉਸ ਤੋਂ ਬਾਅਦ ਮੈਂ ਕਲੇਰ ਸਾਹਿਬ ਔਰ ਖੜਿਆਲ ਸਾਹਿਬ ਦਾ ਰੁਖ ਕਰਾਂਗਾ। ਜੈਬੰਸ਼ ਜੀ, ਉਹ ਕਹਿੰਦੇ ਨੇ ਕਿ ਸਾਨੂੰ ਪਤਾ ਕਿ ਇਹ ਚੀਜ਼ਾਂ ਹੋਣੀਆਂ ਨੇ, ਅਸੀਂ ਬੀਜੇਪੀ ਨੂੰ ਬਹੁਤ ਕਰੀਬ ਤੋਂ ਜਾਣਦੇ ਹਾਂ ਦਿੱਲੀ ਦੀ ਵਜ੍ਹਾ ਦੇ ਨਾਲ। ਅਸੀਂ ਵੀ ਆਪ ਨੂੰ ਬਹੁਤ ਕਰੀਬ ਤੋਂ ਜਾਣਦੇ ਹਾਂ ਜੀ। ਇਹ ਕਿੰਨੇ ਕੁ ਝੂਠੇ ਨੇ, ਕਿੰਨੇ ਕੁ ਮਕਾਰ ਨੇ, ਤੇ ਇਹ ਜਿਹੜਾ ਇਹਨਾਂ ਦਾ ਸਤਿੰਦਰ ਜੈਨ ਹੈ, ਹੀ ਹੈਜ਼ ਗॉट ਬਲੱਡ ਔਨ ਹਿਜ਼ ਹੈਂਡਸ। ਜਿਸ ਤਰੀਕੇ ਨਾਲ ਉਹਨੇ ਕੋਵਿਡ ਨੂੰ ਮਿਸਮੈਨੇਜ ਕੀਤਾ ਸੀਗਾ, ਜਿੱਦਾਂ ਉੱਥੇ ਏਡੀਆਂ ਲਾਸ਼ਾਂ ਪੈ ਗਈਆਂ ਸੀਗੀਆਂ ਦਿੱਲੀ ਦੇ ਵਿੱਚ ਬਿਕੋਜ਼ ਆਫ ਮਿਸਮੈਨੇਜਮੈਂਟ ਤੇ ਨਾਟ ਬੀਇੰਗ ਏਬਲ ਟੂ ਡੂ ਐਨੀਥਿੰਗ, ਉਹ ਸਾਰਿਆਂ ਨੂੰ ਪਤਾ ਹੈਗਾ। ਤੇ ਇਹ ਕਿੰਨੇ ਕੁ ਦੁੱਧ ਦੇ ਧੋਤੇ ਹੋਏ ਨੇ, ਸਾਰਿਆਂ ਨੂੰ ਪਤਾ ਹੈਗਾ। ਤੇ ਕਿਸ ਤਰੀਕੇ ਨਾਲ ਇਹਨਾਂ ਦੀ ਉੱਥੇ ਮਿਸ ਗਵਰਨੈਂਸ ਚੱਲ ਰਹੀ ਹੈ ਦਿੱਲੀ ਦੇ ਵਿੱਚ, ਉਹ ਦਿੱਲੀ ਵਾਲਿਆਂ ਨੂੰ ਪਤਾ ਹੈ ਤੇ ਬੀਜੇਪੀ ਨੂੰ ਇਹਨਾਂ ਕੋਲੋਂ ਜ਼ਿਆਦਾ ਪਤਾ ਹੈ। ਉਹ ਸੀਬੀਆਈ ਦਾ ਰੇਡ ਕੀਤਾ ਸੀਗਾ, ਉਹ ਵੀ ਬਿਲਕੁਲ ਇੱਕ ਇਫੈਕਟਿਵ ਰੇਡ ਸੀਗਾ, ਉਹਦੇ ਵਿੱਚ ਕਾਫੀ ਇਨਕ੍ਰਿਮੀਨੇਟਿੰਗ ਐਵੀਡੈਂਸ ਮਿਲੀ ਸੀ। ਚਲੋ ਚੰਗੀ ਗੱਲ ਹੈ ਕਿ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਨੂੰ ਜਾਣਦੀਆਂ ਹੁਣ। ਗਰਗ ਸਾਹਿਬ, ਛੋਟਾ ਜਿਹਾ ਕਮੈਂਟ ਸਰ। ਉਹਨਾਂ ਦਾ ਜ਼ਿਕਰ ਕੀਤਾ, ਮੈਂ ਬਿਲਕੁਲ ਕਹਿਣਾ ਚਾਹਾਂ ਕੁਦਰਤੀ ਆਪਸੀ ਪੂਰੇ ਹਿੰਦੁਸਤਾਨ ਦੇ ਵਿੱਚ ਆਪ ਤੁਸੀਂ ਕੀ ਸਤਿੰਦਰ ਜੈਨ ਜੀ ਯੂਪੀ ਦੇ ਵੀ ਹੈਲਥ ਮਿਨਿਸਟਰ ਸੀ, ਕੀ ਸਤਿੰਦਰ ਜੈਨ ਜੀ ਗੁਜਰਾਤ ਦੇ ਵੀ ਹੈਲਥ ਮਿਨਿਸਟਰ ਸੀ, ਕੀ ਸਤਿੰਦਰ ਜੈਨ ਜੀ ਬਾਕੀ ਥਾਵਾਂ ਤੇ ਵੀ ਹੈਲਥ ਮਿਨਿਸਟਰ ਸੀ। ਦਿੱਲੀ ਦੀ ਗੱਲ ਕਰੋ ਨਾ, ਦਿੱਲੀ ਦੇ ਵਿੱਚ ਮੈਕਸਿਮਮ ਕੋਵਿਡ ਡੈਥਸ, ਮੈਕਸਿਮਮ ਮਿਸਮੈਨੇਜਮੈਂਟ, ਮੈਕਸਿਮਮ ਮਿਸ ਗਵਰਨੈਂਸ ਦਿੱਲੀ ਦੇ ਵਿੱਚ ਹੋਈ ਸੀ। ਦੀ ਗੱਲ ਕਰਦੇ ਹੋ ਕੀ ਆਕਸੀਜਨ ਦੀ ਘਾਟ ਬਾਕੀ ਥਾਵਾਂ ਤੇ ਨਹੀਂ? ਚਲੋ ਆਪਾਂ ਮੁੱਦੇ ਤੋਂ ਨਾ ਭਟਕੀਏ, ਆਪਾਂ ਵਾਪਸ ਆ ਜਾਈਏ। ਕੋਵਿਡ ਵਾਲੇ ਮੁੱਦੇ ਉੱਤੇ ਬਹੁਤ ਸਾਰੀਆਂ ਡਿਬੇਟਸ ਆਲਰੇਡੀ ਹੋ ਚੁੱਕੀਆਂ ਨੇ। ਠੀਕ ਹੈ, ਤੁਸੀਂ ਥੋੜਾ ਜਿਹਾ ਹੋਲਡ ਕਰੋ। ਗਰਗ ਸਾਹਿਬ, ਜੈਮਾਨ ਜੀ ਥੋੜਾ ਜਿਹਾ ਹੋਲਡ ਕਰੋ, ਮੈਂ ਤੁਹਾਡੇ ਕੋਲ ਆਉਣਾ। ਮੈਂ ਅਰਸ਼ਪ੍ਰੀਤ ਖੜਿਆਲ ਜੀ ਦਾ ਇੱਕ ਵਾਰ ਰੁਕ ਕਰਦਾ। ਖੜਿਆਲ ਸਾਹਿਬ, ਮੈਂ ਹੋਰ ਈਡੀ ਵਾਲੇ ਪਾਸੇ ਤੋਂ ਜਾਵਾਂ, ਪਰ ਦੇਖੋ ਕੇਜਰੀਵਾਲ ਕੀ ਕਹਿ ਰਹੇ ਨੇ। ਕਹਿੰਦੇ ਅਸੀਂ ਤਿਆਰ ਹਾਂ ਤੇ ਅਸੀਂ ਚੰਨੀ ਦੀ ਤਰ੍ਹਾਂ, ਸੀਐਮ ਚੰਨੀ ਦੀ ਤਰ੍ਹਾਂ ਰੋਵਾਂਗੇ ਨਹੀਂ। ਦੇਖੋ, ਰੋਣਾ ਤਾਂ ਇਹਨਾਂ ਨੇ ਆਲਰੇਡੀ ਸ਼ੁਰੂ ਕਰਤਾ, ਹਜੇ ਤਾਂ ਈਡੀ ਦੀ ਰੇਡ ਨਹੀਂ ਹੋਈ, ਕੋਈ ਐਕਸ਼ਨ ਨਹੀਂ ਹੋਇਆ, ਪਹਿਲੇ ਹੀ ਰੋਣਾ ਸ਼ੁਰੂ ਕਰਤਾ ਪ੍ਰੈਸ ਕਾਨਫਰੰਸ ਕਰਕੇ। ਤੋਂ ਪਤਾ ਲੱਗਦਾ ਹੈ ਅੱਛਾ ਹੁਣ ਕਹਿਣ ਲੱਗ ਗਏ ਵੀ ਈਡੀ ਸਾਜ਼ਿਸ਼ ਰਚਦੀ ਹੈ। ਪਹਿਲਾਂ ਦੇਖਿਆ ਕਿਵੇਂ ਕੋਡ ਕਰਲੇ ਵਾਂਗੂ ਰੰਗ ਬਦਲਿਆ, ਇਹਨਾਂ ਨੇ ਕਹਿੰਦੇ ਹੁੰਦੇ ਸੀਗੇ ਕਿ ਈਡੀ ਤਾਂ ਸਹੀ ਕਰ ਰਹੀ ਹੈ। ਤਾਂ ਇੱਥੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਡਬਲ ਸਟੈਂਡਰਡਸ ਦਾ, ਦੋਗਲੀ ਰਾਜਨੀਤੀ ਕਰਦੀ ਹੈ। ਲੇਕਿਨ ਪੈਟਰਨ ਬੀਜੇਪੀ ਦਾ ਇਹ ਹੈ ਕਿ ਇਹਨਾਂ ਨੇ ਮਮਤਾ ਬੈਨਰਜੀ ਦੇ ਨੈਫਿਊ ਨੂੰ ਟਾਰਗੇਟ ਕੀਤਾ, ਅਭਿਸ਼ੇਕ ਬੈਨਰਜੀ ਨੂੰ, ਇਹਨਾਂ ਨੇ ਸ਼ਰਦ ਪਵਾਰ ਨੂੰ ਟਾਰਗੇਟ ਕੀਤਾ, ਐਮਕੇ ਸਟਾਲਿਨ ਦੀ ਡਾਟਰ ਨੂੰ ਟਾਰਗੇਟ ਕੀਤਾ, ਅਰਵਿੰਦ ਕੇਜਰੀਵਾਲ ਨੂੰ ਟਾਰਗੇਟ ਕੀਤਾ, ਭੁਪੇਸ਼ ਬਘੇਲ ਨੂੰ ਟਾਰਗੇਟ ਕੀਤਾ, ਚੰਨੀ ਸਾਹਿਬ ਨੂੰ ਟਾਰਗੇਟ ਕੀਤਾ, ਤੇ ਨਿਕਲਿਆ ਇਹਦੇ ਵਿੱਚੋਂ ਕੁਝ ਨਹੀਂ। ਇਲੈਕਸ਼ਨਸ ਤੋਂ ਪਹਿਲਾਂ ਵਿਚ ਹੰਟ ਕਰਦੇ, ਇਲੈਕਸ਼ਨ ਤੋਂ ਬਾਅਦ ਠੰਡੇ ਬਸਤੇ ਪੈ ਜਾਂਦਾ ਸਾਰਾ ਕੁਝ। ਇੱਕ ਫੈਕਟ ਆਫ ਦਾ ਮੈਟਰ ਦੱਸਦਾ, ਮੋਰ ਦੈਨ 800 ਕੇਸਿਸ ਅੱਜ ਤੱਕ ਈਡੀ ਨੇ ਰਜਿਸਟਰ ਕੀਤੇ ਤੇ ਸਿਰਫ ਔਰ ਸਿਰਫ 9 ਕਨਵਿਕਟ ਹੋਏ। ਸਕਸੈਸ ਰੇਟ ਕੀ ਹੈ? ਲੈਸ ਦੈਨ 1%। ਯਾਨੀ ਕਿ ਸਿਰਫ ਔਰ ਸਿਰਫ ਐਜ਼ ਅ ਟੂਲ ਆਫ ਕੈਂਪੇਨਿੰਗ ਬੀਜੇਪੀ ਆਈਟੀ, ਈਡੀ ਤੇ ਸੀਬੀਆਈ ਨੂੰ ਯੂਜ਼ ਕਰਦੀ ਹੈ। ਦੂਜਾ, ਚੰਨੀ ਸਾਹਿਬ ਦੇ ਨੈਫਿਊ ਖਿਲਾਫ ਤਾਂ ਐਫਆਈਆਰ ਦੇ ਵਿੱਚ ਨਾਮ ਹੀ ਨਹੀਂ, ਜਿਹੜੀ ਮਾਰਚ 2018 ਨੂੰ ਹੋਈ ਐਫਆਈਆਰ ਦੇ ਵਿੱਚ ਨਾ ਨਾਮ ਹੈ, ਨਾ ਐਲੀਗੇਸ਼ਨ ਹੈ, ਨਾ ਐਕੂਜ਼ੇਸ਼ਨ, ਨਾ ਪ੍ਰੂਫ, ਨਾ ਰਿਕਾਰਡ, ਨਾ ਐਵੀਡੈਂਸ, ਨਥਿੰਗ ਐਟ ਆਲ। ECIR ਜਿਹੜੀ ਲਾਸਟ ਈਅਰ ਹੁੰਦੀ ਹੈ ਜਲੰਧਰ ਚ ਨਵੰਬਰ ਚ, ਉਹਦੇ ਵਿੱਚ ਵੀ ਨਾਮ ਨਹੀਂ। ਇਹ ਸਿਰਫ ਔਰ ਸਿਰਫ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਲੇਕਿਨ ਪੰਜਾਬ ਇਹਨਾਂ ਨੂੰ ਇੱਕ ਬਿਫਿਟਿੰਗ ਰਿਪਲਾਈ ਦੇਊਗਾ, ਬੀਜੇਪੀ ਮੁਕਤ ਪੰਜਾਬ ਕਰਕੇ ਦਿਖਾਊਗਾ। ਫੈਕਟ ਇਹ ਹੈ ਕੇਜਰੀਵਾਲ ਸਾਹਿਬ ਦੇ ਨੈਫਿਊ ਵਿਨੇ ਬਾਂਸਲ ਸਾਹਿਬ PWD ਸਕੈਮ ਦੇ ਵਿੱਚ ਅਰੈਸਟ ਹੋਏ ਸੀਗੇ।
ਤੇ ਉਹਨਾਂ ਦੇ ਲੌਜੀਕ ਦੇ ਹਿਸਾਬ ਨਾਲ ਜੇ ਚੱਲਣਾ ਹੋਵੇ, ਜਿਵੇਂ ਸਾਨੂੰ ਅਕਿਊਜ਼ ਕਰ ਰਹੇ ਕੇਜਰੀਵਾਲ ਸਾਹਿਬ ਤਾਂ ਸਭ ਤੋਂ ਵੱਡੇ ਦੋਸ਼ੀ ਹੈ। ਮਜੀਠੀਆ ਸਾਹਿਬ ਪ੍ਰੈਸ ਕਾਨਫਰੰਸਿਸ ਕਰ ਰਹੇ, ਬਸ ਕੰਕਲੂਡ ਕਰ ਰਹੇ, ਮਜੀਠੀਆ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਆ। ਮਜੀਠੀਆ ਸਾਹਿਬ ਦੀ ਕ੍ਰੈਡੀਬਿਲਿਟੀ ਕੀ ਹੈ? ਜਿਹੜੇ ਆਪ ਇੰਟਰਿਮ ਰਿਲੀਫ ਤੇ ਨੇ, ਸੁਖਬੀਰ ਬਾਦਲ ਸਾਹਿਬ ਫੌਜਰੀ ਕੇਸ ਦੇ ਵਿੱਚ, ਡੂਅਲ ਕਨਸਟੀਟਿਊਸ਼ਨ ਕੇਸ ਦੇ ਵਿੱਚ ਫਸੇ ਹੋਏ ਨੇ, ਇਹਨਾਂ ਦੇ ਸ਼ਬਦਾਂ ਦੀ ਕ੍ਰੈਡੀਬਿਲਿਟੀ ਨਹੀਂ। ਜਿਹੜੇ ਫੋਟੋਜ਼ ਵੀਡੀਓਜ਼ ਦੀ ਗੱਲਾਂ ਕਰਦੇ ਉਹ ਵੈਰੀਫਾਈਡ ਨਹੀਂ ਹੈ, ਉਹ ਸਿਰਫ ਔਰ ਸਿਰਫ ਡਾਕਟਰਡ ਹੈ। ਜਿੱਥੋਂ ਤੱਕ ਕੈਪਟਨ ਸਾਹਿਬ ਦੀ ਗੱਲ ਹੈ, ਬੀਜੇਪੀ ਕੋਈ ਵਾਸ਼ਿੰਗ ਮਸ਼ੀਨ ਹੈ ਵੀ ਦਾਗੀ ਲੀਡਰ ਇਧਰੋਂ ਆਉਂਦੇ ਆ ਤੇ ਸਾਫ਼ ਹੋ ਕੇ ਨਿਕਲ ਜਾਂਦੇ ਆ। ਕੈਪਟਨ ਸਾਹਿਬ ਦੇ ਖਿਲਾਫ, ਉਹਨਾਂ ਦੇ ਪਰਿਵਾਰ ਦੇ ਖਿਲਾਫ ਆਈਟੀ ਤੇ ਈਡੀ ਦੀ ਰੇਡਸ ਪੈਂਡਿੰਗ ਹੈ। ਆ ਹੁਣ ਜਿਹੜੇ ਗਰੇਵਾਲ ਆਪਣੇ ਬੀਜੇਪੀ ਦੇ ਸਪੋਕਸਪਰਸਨ ਹੈ, ਕਹਿੰਦੇ ਆਪਣਾ ਈਡੀ ਆਟੋਨੋਮਸ ਬੋਡੀ ਆ ਲੋ, ਆਟੋਨੋਮਸ ਬੋਡੀ ਦੇਖ ਲਓ। ਬੀਜੇਪੀ ਐਮਪੀ ਸੰਜੇ ਪਾਟਿਲ ਸਾਹਿਬ ਕਹਿੰਦੇ ਆ ਕਿ ਮੈਨੂੰ ਈਡੀ ਹੱਥ ਨਹੀਂ ਲਾਊਗੀ ਬਿਕੋਜ਼ ਮੈਂ ਬੀਜੇਪੀ ਦਾ ਐਮਪੀ ਹਾਂ। ਮੈਂ ਜਦੋਂ ਨਹੀਂ ਹੁੰਦਾ ਸੀ ਨਾ, ਮੈਨੂੰ ਨੀਂਦ ਨਹੀਂ ਆਉਂਦੀ ਸੀ, ਹੁਣ ਮੈਂ ਬੜੀ ਚੈਨ ਦੀ ਨੀਂਦ ਸੌਣਾ। ਸੋ ਇਥੋਂ ਪਤਾ ਲੱਗਦਾ ਹੈ ਕਿ ਬੀਜੇਪੀ ਸਿਰਫ ਔਰ ਸਿਰਫ ਵੋਟ ਬੈਂਕ ਪੋਲਿਟਿਕਸ, ਪੋਲਿਟੀਕਲ ਵੈਂਡੇਟਾ ਕਰਦੀ ਹੈ ਤੇ ਇਹਦੇ ਵਿੱਚ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਹੈ। ਚੰਨੀ ਸਾਹਿਬ ਦੇ ਖਿਲਾਫ ਕੋਈ ਆਪਣਾ ਇਨਵੈਸਟੀਗੇਸ਼ਨ ਨਹੀਂ ਹੈ, ਕੋਈ ਐਲੀਗੇਸ਼ਨ ਨਹੀਂ ਹੈ, ਰਿਕਵਰੀ ਨਹੀਂ ਹੈ। ਚੰਨੀ ਸਾਹਿਬ ਦੇ ਵੱਲ ਕਿਵੇਂ ਉਂਗਲ ਕਰ ਸਕਦੇ ਆ? ਸੋ ਦੇਅਰਫੋਰ ਬੀਜੇਪੀ ਸਟੈਂਡਸ ਐਕਸਪੋਜ਼ਡ। ਨਾਲੇ ਆਮ ਆਦਮੀ ਪਾਰਟੀ ਨੇ ਤਾਂ ਇਹ ਵੀ ਨਹੀਂ ਐਕਸਪਲੇਨ ਕੀਤਾ। ਇਹਨਾਂ ਦੇ ਸੌਰਵ ਜੈਨ ਸਾਹਿਬ ਕਹਿ ਰਹੇ ਵੀ ਟਿਕਟ ਵੇਚੀ 3 ਕਰੋੜ ਦੀ, ਕਿਸਾਨ ਇਹਨਾਂ ਨੂੰ ਕਹਿ ਰਹੇ ਇਹ ਚੀਜ਼। ਇਹਨਾਂ ਦੇ ਆਪਦੇ ਮਿਨਿਸਟਰ ਬੈਕ ਇਨ ਦ ਡੇ ਕਪਿਲ ਮਿਸ਼ਰਾ ਕਹਿ ਕੇ ਗਏ ਸੀ ਕਿ ਕੇਜਰੀਵਾਲ ਸਾਹਿਬ ਕਰਪਸ਼ਨ ਕਰ ਰਹੇ ਆ। ਸੋ ਹਾਊ ਡੂ ਦੇ ਚਲੋ ਮੈਂ ਇੱਕ ਇੱਕ ਕਰਕੇ ਬਿਆਨ ਉਹਨਾਂ ਦੀ ਸਟੇਟਮੈਂਟ ਲਵਾਂਗਾ। ਤੁਹਾਡੇ ਬਹੁਤ ਸਾਰੇ ਪੁਆਇੰਟਸ ਆ ਗਏ ਨੇ, ਪਰ ਪਹਿਲਾਂ ਮੈਂ ਰੁਕ ਕਰਦਾ ਕਲੇਰ ਸਾਹਿਬ ਦਾ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੁੜੇ ਹੋਏ ਨੇ। ਕਲੇਰ ਸਾਹਿਬ ਕਲੈਰੀਫਿਕੇਸ਼ਨ ਦੇਣੀ ਹੈ ਅਰਸ਼ਪ੍ਰੀਤ ਦੇ ਵਾਸਤੇ, ਇੱਕ ਕਲੈਰੀਫਿਕੇਸ਼ਨ। ਚਲੋ ਠੀਕ ਹੈ ਜੈਬਾਨ ਜੀ, ਤੁਸੀਂ ਛੋਟਾ ਜਿਹਾ ਇੱਕ ਰਿਐਕਸ਼ਨ ਦੇ ਦਿਓ, ਮੈਂ ਉਸ ਤੋਂ ਬਾਅਦ ਜਾਣਾ। ਇੱਕ ਛੋਟੀ ਜਿਹੀ ਕਲੈਰੀਫਿਕੇਸ਼ਨ ਇਹ ਹੈ ਕਿ ਇਹ ਕਿਉਂ ਚੰਨੀ ਸਾਹਿਬ ਦਾ ਨਾਮ ਲਈ ਜਾ ਰਹੇ ਨੇ। ਅਸੀਂ ਤੇ ਕਦੀ ਨਹੀਂ ਕਿਹਾ ਕਿ ਚੰਨੀ ਸਾਹਿਬ ਇੱਥੇ ਸੈਂਡ ਮਾਈਨਿੰਗ ਦੇ ਵਿੱਚ ਇਨਵੋਲਡ ਹੈਗੇ ਨੇ। ਉਹਨਾਂ ਦਾ ਨੈਫਿਊ ਫੜਿਆ ਗਿਆ ਹੈ। ਉਹ ਨੈਫਿਊ ਉਹਨਾਂ ਦੇ ਨਾਲ ਜੁੜਿਆ ਹੋਇਆ ਕਿ ਨਹੀਂ ਜੁੜਿਆ ਹੋਇਆ, ਇਹਦੀ ਤੇ ਕੋਈ ਗੱਲ ਨਹੀਂ ਨਾ ਹੋਈ। ਤੇ ਉਹਨਾਂ ਦਾ ਨੈਫਿਊ ਜਿਹੜਾ ਉਹ ਕੋਈ ਪੋਲੀਟੀਕਲ ਫਿਗਰ ਤੇ ਹੈ ਨਹੀਂ, ਉਹ ਕੋਈ ਕਾਂਗਰਸ ਪਾਰਟੀ ਦਾ ਕੋਈ ਵਰਕਰ ਤੇ ਹੈ ਨਹੀਂ। ਤੇ ਕਿਉਂ ਇਹਦਾ ਬੁਖਲਾਏ ਹੋਏ ਨੇ? ਅਗਰ ਉਹਨੇ ਕੋਈ ਗਲਤੀ ਕੀਤੀ ਹੈ, ਇੱਕ ਐਸਾ ਬੰਦਾ ਹੈ ਜਿਹਦਾ ਨਾਮ ਹੈ ਉਪਿੰਦਰ ਸਿੰਘ ਹਨੀ, ਉਹਨੇ ਕੋਈ ਗਲਤੀ ਕੀਤੀ ਹੈ ਤਾਂ ਉਹਨੂੰ ਸਜ਼ਾ ਮਿਲੇਗੀ। ਅਸੀਂ ਕਦੋਂ ਕਿਹਾ ਕਿ ਚੰਨੀ ਸਾਹਿਬ ਉਹਦੇ ਵਿੱਚ ਇਨਵੋਲਡ ਨੇ? ਇਹ ਆਪੂ ਕਹੀ ਜਾ ਰਹੇ ਨੇ, वो चोर की दारी में तिनका आपू कही जा रहे हैं कि ये चन्नी साहब इन्वॉल्व ने, ਅਸੀਂ ਤੇ ਨਹੀਂ ਕਿਹਾ। ਖੜਿਆਲ ਸਾਹਿਬ ਬੀਜੇਪੀ ਲੀਡਰ ਨੇ ਤਾਂ ਕਿਸੇ ਨੇ ਕਿਹਾ ਨਹੀਂ। ਤੁਹਾਡੇ ਸ਼ਿਕਾਵਤ ਸਾਹਿਬ ਦੇ ਬਿਆਨ ਨੇ ਅਨਨੈਸੈਸਰੀਲੀ ਪੋਲੀਟੀਕਲ ਵਿਚ ਐਂਡ ਮਡਸਲਿੰਗਿੰਗ ਕਰ ਰਿਹਾ ਹੈ। ਉਹਨਾਂ ਨੂੰ ਵੀ ਪਤਾ ਹੈ ਕਿ ਈਡੀ ਦਾ ਸਕਸੈਸ ਰੇਟ ਲੈਸ ਦੈਨ 1% ਹੈ, ਕਨਵਿਕਸ਼ਨ ਰੇਟ ਲੈਸ ਦੈਨ 1% ਹੈ। ਇਹਨਾਂ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਇੱਕ ਕ੍ਰਿਮੀਨਲ ਕੇਸ ਦੇ ਵਿੱਚ ਜਿਹੜਾ ਸਕਸੈਸ ਰੇਟ ਹੈ ਉਹ ਘੱਟ ਹੈ। ਇਹਦਾ ਮਤਲਬ ਤੁਸੀਂ ਕੁਝ ਕਰੋਗੇ ਹੀ ਨਹੀਂ। ਹੈ ਕਿ ਬੀਜੇਪੀ ਆਮ ਟਵਿਸਟ ਕਰਦੀ ਹੈ, ਬਾਹ ਮਰੋਣ ਦੀ ਕੋਸ਼ਿਸ਼ ਕਰਦੀ ਹੈ। ਜਿਹੜੇ ਇਧਰ ਉਧਰੋਂ ਫੜ ਕੇ ਲੀਡਰ ਇਹਨਾਂ ਨੇ ਆਪਣਾ ਕੈਂਡੀਡੇਟ ਲਿਸਟ ਐਲਾਨੀ ਹੈ, ਉਹਨਾਂ ਦੀ ਤਾਂ ਭਰੀ ਹੋਈ ਹੈ। ਜਿਹੜੇ ਈਡੀ ਤੋਂ ਡਰਦੇ ਸੀਗੇ, ਲੇਕਿਨ ਇਧਰ ਸਾਫ਼ ਛਵੀ ਵਾਲੇ ਲੀਡਰਸ ਹੈ, ਨਾ ਡਰਦੇ ਆ ਨਾ ਬਖਨਾਉਣੇ ਆ। ਤੇ ਇਲੈਕਸ਼ਨ ਦੇ ਵਿੱਚ ਤੁਹਾਨੂੰ ਢੁਕਵਾਂ ਜਵਾਬ ਦੇਊਗਾ ਪੰਜਾਬ ਨੂੰ ਮੂਰਖ ਸਮਝਣਾ। ਕਲੇਰ ਸਾਹਿਬ ਠੀਕ ਹੈ, ਅਰਜੀਤ ਤੁਹਾਡਾ ਸਟੇਟਮੈਂਟ ਆ ਗਿਆ। ਮੈਂ ਕਲੇਰ ਸਾਹਿਬ ਦਾ ਇੱਕ ਵਾਰ ਰੁਕ ਕਰਾਂ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਕਲੇਰ ਸਾਹਿਬ, ਬਹੁਤ ਡਿਟੇਲ ਪ੍ਰੈਸ ਕਾਨਫਰੰਸ ਕੀਤੀ ਗਈ ਸ਼ਨੀਵਾਰ ਨੂੰ। ਤੁਸੀਂ ਵੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬਿਕਰਮ ਮਜੀਠੀਆ ਦੇ ਨਾਲ ਨਜ਼ਰ ਆ ਰਹੇ ਸੀ। ਸਵਾਲ ਇਹ ਹੈ ਕਿ ਤੁਸੀਂ ਟਾਈਮਿੰਗ ਨੂੰ ਲੈ ਕੇ ਵੀ ਤੁਹਾਨੂੰ ਵੀ ਲੱਗਦਾ ਕਿ ਇਹ ਟਾਈਮਿੰਗ ਜਿਹੜੀ ਹੈ ਛਾਪਿਆਂ ਦੀ ਉਹ ਕੁਝ ਵੱਖਰੀ ਹੈ? ਬਿਲਕੁਲ ਚੋਣਾਂ ਤੋਂ ਪਹਿਲਾਂ ਜੇਕਰ ਕੋਈ ਛਾਪਾ ਪੈ ਰਿਹਾ ਤਾਂ ਫਿਰ ਪਰੰਤੂ ਸਾਰੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ। ਗੌਰਵ ਜੀ ਦੇਖੋ, ਜਿੱਥੇ ਤੱਕ ਟਾਈਮਿੰਗ ਦਾ ਸਵਾਲ ਹੈ, ਅਗਰ ਇਹ ਰੇਡ ਪਈ ਹੁੰਦੀ ਤੇ ਚੰਨੀ ਸਾਹਿਬ ਪਾਕ ਸਾਫ਼ ਨਿਕਲਦੇ, ਕੁਛ ਨਾ ਮਿਲਿਆ ਹੁੰਦਾ, ਫਿਰ ਕਿਸੇ ਹੱਦ ਤੱਕ ਤੁਸੀਂ ਕਹਿ ਸਕਦੇ ਸੀ ਕਿ ਇਹ ਗਲਤ ਹੋਇਆ ਜੀ, ਇਹ ਸਿਰਫ ਬਾਂਹ ਮਰੋੜੀ ਗਈ ਹੈ। ਪਰ ਚੰਨੀ ਸਾਹਿਬ ਦਾ ਜਿਹੜਾ ਸਾਲੀ ਦਾ ਮੁੰਡਾ ਹੈ, ਉਹਦੇ ਤਾਂ ਘਰੋਂ 10 ਕਰੋੜ ਰੁਪਈਆ ਤੇ 12 13 ਲੱਖ ਦੀਆਂ ਘੜੀਆਂ, 80 ਕਰੋੜ ਦੀ ਕਾਗਜ਼ ਦੇ ਲੈਣ ਦੇਣ ਦੇ ਜਾਇਦਾਦ, ਫਲੈਟ, ਇੰਨਾ ਕੁਝ ਨਿਕਲਿਆ। ਹੁਣ ਦੱਸਣਾ ਤਾਂ ਪਊਗਾ ਨਾ ਕਿ ਜਿਹੜੇ ਲੋਕ ਆਪਣੇ ਆਪ ਨੂੰ ਇੱਕ ਆਮ ਆਦਮੀ ਦੇ ਤੌਰ ਤੇ ਪ੍ਰੋਜੈਕਟ ਕਰਦੇ ਰਹੇ, ਝੂਠ ਬੋਲਦੇ ਰਹੇ, ਉਹ ਕਿਸ ਤਰ੍ਹਾਂ ਨੰਗੇ ਹੋਏ ਨੇ। ਔਰ ਉਸ ਤੋਂ ਬਾਅਦ ਇੱਕ ਉਸ ਤੋਂ ਵੱਡੀ ਗੱਲ ਹੈ, ਹੁਣ ਤਾਂ ਇਕਬਾਲ ਸਰਪੰਚ ਦਾ ਤੇ ਉਹਦੇ ਬੇਟੇ ਬਿੰਦਰ ਦਾ ਸਟਿੰਗ ਆਪਰੇਸ਼ਨ ਹੀ ਸਾਹਮਣੇ ਆ ਗਿਆ, ਜਿੱਥੇ ਕਲੀਅਰਲੀ ਐਡਮਿਟ ਕਰ ਰਹੇ ਨੇ ਕਿ ਜੀ ਚੰਨੀ ਸਾਹਿਬ ਦੀ ਸਰਪ੍ਰਸਤੀ ਤੇ ਭੁਪਿੰਦਰ ਸਿੰਘ ਹਨੀਆ ਸਾਰਾ ਸੈਂਡ ਮਾਫੀਏ ਦਾ ਕੰਮ ਦੇਖ ਰੇਖ ਕਰ ਰਹੇ। ਔਰ ਸਾਨੂੰ ਕਲੀਅਰ ਕੱਟ ਇੰਸਟਰਕਸ਼ਨ ਹੈ ਕਿ ਕੋਈ ਜ਼ਮੀਨ ਨਹੀਂ ਛੱਡਣੀ, ਚਾਹੇ ਸ਼ਾਮਲਾਟ ਹੋਵੇ। ਸਟਿੰਗ 'ਚ ਇਕਬਾਲ ਸਿੰਘ ਬੋਲ ਰਿਹਾ ਹੈ। ਔਰ ਤੁਸੀਂ ਦੇਖੋਗੇ ਕਿ ਕੱਲ ਚੰਨੀ ਸਾਹਿਬ ਦਾ ਜਵਾਬ ਆਇਆ, ਨਾ ਇਕਬਾਲ ਸਿੰਘ ਸਰਪੰਚ ਨਾਲ ਰਿਲੇਸ਼ਨ ਡਿਨਾਈ ਕੀਤੇ, ਨਾ ਉਹਦੇ ਬੇਟੇ ਨਾਲ ਡਿਨਾਈ ਕੀਤੇ, ਔਰ ਕਿਸੇ ਚੀਜ਼ ਨੂੰ ਸਟਿੰਗ ਤੱਕ ਨੂੰ ਡਿਨਾਈ ਨਹੀਂ ਕੀਤਾ। ਔਰ ਅੱਜ ਉਰੇ ਬਹਿ ਕੇ ਮੇਰਾ ਵੀਰ ਕਹਿ ਰਿਹਾ ਕਿ ਜੀ ਬਿਕਰਮ ਮਜੀਠੀਆ ਦੀ ਕੀ ਕ੍ਰੈਡੀਬਿਲਿਟੀ ਹੈ, ਸੁਖਬੀਰ ਬਾਦਲ ਜੀ ਦੀ ਕੀ ਕ੍ਰੈਡੀਬਿਲਿਟੀ ਹੈ, ਕਿਉਂਕਿ ਉਹਨਾਂ ਤੇ ਕ੍ਰਿਮੀਨਲ ਕੇਸਿਸ ਨੇ। ਦੇਖੋ, ਕ੍ਰਿਮੀਨਲ ਕੇਸਿਸ ਤਾਂ ਕਾਂਗਰਸ ਦੇ ਹਰ ਇੱਕ ਲੀਡਰ ਦੇ ਉੱਤੇ ਨੇ, ਪਰ ਕੀ ਅੱਜ ਕ੍ਰੈਡੀਬਿਲਿਟੀ ਉਸ ਮੁੱਖ ਮੰਤਰੀ ਚੰਨੀ ਦੀ ਹੈ ਜਿਨੇ ਕਿ ਇੱਕ ਲੇਡੀ IAS ਅਫੀਸਰ ਨੂੰ ਗੰਦੇ ਮੈਸੇਜ ਰਾਤ ਨੂੰ ਭੇਜੇ? ਉਹਦੀ ਕ੍ਰੈਡੀਬਿਲਿਟੀ ਹੈ ਗੁਰੂਆਂ ਪੀਰਾਂ ਦੀ ਧਰਤੀ ਤੇ
ਜਿੱਥੇ ਅਸੀਂ ਕਹਿੰਦੇ ਆ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਉੱਥੇ ਆ ਚੰਨੀ ਵਰਗੇ ਮੁੱਖ ਮੰਤਰੀ ਜਿਹੜੇ ਲੇਡੀ IAS ਨੂੰ ਗੰਦੇ ਮੈਸੇਜ ਭੇਜਣ, ਉਹ ਸੁਰੱਖਿਅਤ ਨਹੀਂ, ਕ੍ਰੈਡੀਬਿਲਿਟੀ ਇਹਨਾਂ ਦੀ ਹੈ। ਔਰ ਜਿਹੜੀ ਵੱਡੀ ਗੱਲ ਹੈ, ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਕੱਲ ਇਕਬਾਲ ਸਿੰਘ ਨੇ ਜ਼ਾਹਰ ਕੀਤਾ ਹੈ ਕਿ ਜੀ ਸਾਨੂੰ ਤਾਂ ਇਹ ਗੱਲ ਕਹੀ ਗਈ ਹੈ ਕਿ ਜੇ ਕੋਈ ਅਫਸਰ ਤੁਹਾਨੂੰ ਮਾਈਨਿੰਗ ਕਰਨ ਤੋਂ ਰੋਕਦਾ, ਚੰਨੀ ਸਾਹਿਬ ਨੇ ਸਪਸ਼ਟ ਕਿਹਾ ਕਿ ਉਹ ਅਫਸਰ ਦਾ ਇਹਨੂੰ ਹਨੀ ਨੂੰ ਨਾ ਲਿਖਾ ਦਿਓ ਤੇ ਉਹ ਅਫਸਰ ਨੂੰ ਬਦਲ ਦਿੱਤਾ ਜਾਊਗਾ। DFO ਨੇ ਸਾਨੂੰ ਆਪਣੇ ਨੰਬਰ ਦਿੱਤੇ ਨੇ ਕਿ ਜੇ ਕੋਈ ਤੁਹਾਨੂੰ ਤੰਗ ਕਰਦਾ ਸਾਡਾ ਨੰਬਰ ਦੇ ਦਿਓ। ਔਰ ਲਗਾਤਾਰ, ਔਰ ਮੈਂ ਹੁਣ ਤੱਕ ਕਹਿਣਾ ਕਿ ਅੱਜ 24 ਘੰਟੇ ਤੋਂ ਉੱਪਰ ਦਾ ਸਮਾਂ ਬੀਤ ਗਿਆ, ਕਾਂਗਰਸ ਨੇ ਉਹ ਐਲੀਗੇਸ਼ਨਸ ਨੂੰ ਡਿਨਾਈ ਨਹੀਂ ਕੀਤਾ। ਮੁੱਖ ਮੰਤਰੀ ਨੇ ਇਕਬਾਲ ਸਿੰਘ ਸਰਪੰਚ ਜਿਹਦੇ ਨਾਲ ਉਹ 3-4 ਦਿਨਾਂ ਬਾਅਦ ਹੀ ਆਪਣੇ ਅਫੀਸ਼ੀਅਲ ਪੇਜ ਤੇ, ਵੱਡੀ ਗੱਲ ਹੁੰਦੀ ਹੈ ਇੱਕ ਮੁੱਖ ਮੰਤਰੀ ਆਪਣੇ ਅਫੀਸ਼ੀਅਲ ਪੇਜ ਤੇ ਕਿਸੇ ਨਾਲ ਪਰਿਵਾਰਕ ਫੋਟੋਆਂ ਲਗਾਤਾਰ ਪਾ ਰਿਹਾ ਹੈ ਕਿ ਮੈਂ ਉਹਦੇ ਮਾਤਾ ਜੀ ਨੂੰ ਮਿਲਿਆ, ਉਹਨਾਂ ਨੂੰ ਮਿਲਿਆ। ਸੋ ਇੱਥੋਂ ਪਤਾ ਲੱਗਦਾ ਕਿੰਨਾ ਨੇੜੇ। ਔਰ ਇੱਕ ਗੱਲ ਮੈਂ ਇਹਨੂੰ ਪੁੱਛਣੀ ਚਾਹੁੰਦਾ ਖੜਿਆਲ ਸਾਹਿਬ ਨੂੰ ਕਿ ਖੜਿਆਲ ਸਾਹਿਬ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਹੁੰਦਾ ਜਿਹੜਾ, ਉਹ ਕੱਲਾ ਮੁੱਖ ਮੰਤਰੀ ਦੀ ਸੁਰੱਖਿਆ ਲਈ ਬਣਿਆ ਹੈ। ਉਹ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਹੁਣ ਤੱਕ ਕੈਮਰਿਆਂ ਤੇ ਟੀਵੀਆਂ ਤੇ ਦੇਖ ਗਿਆ ਕਿ ਉਹ ਭੁਪਿੰਦਰ ਸਿੰਘ ਹਨੀ, ਉਹਨੂੰ ਕੀ ਐਸਾ ਸ਼ਾਇਦ ਲੱਗਿਆ ਕਿ ਉਹਨੂੰ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦਿੱਤਾ ਗਿਆ, ਕੀ ਉਹ ਗੱਡੀਆਂ ਦੇ ਵਿੱਚ ਲੈ ਕੇ ਘੁੰਮਦਾ ਸੀ ਜਿਹੜਾ ਉਹਨੂੰ ਦਿੱਤਾ ਗਿਆ। ਔਰ ਜਿਹੜੀ ਤੀਸਰੀ ਇੱਕ ਗੱਲ ਦਾ ਹੋਰ ਜਵਾਬ ਲੈ ਲਿਓ ਜੀ ਕਿ ਭੁਪਿੰਦਰ ਸਿੰਘ ਹਨੀ ਕਿਸ ਕਪੈਸਿਟੀ ਦੇ ਵਿੱਚ ਸਰਕਾਰੀ ਫੰਕਸ਼ਨਾਂ 'ਚ ਜਾਂਦਾ ਸੀ, ਹਰ ਸਰਕਾਰੀ ਡੈਲੀਗੇਸ਼ਨ ਦਾ ਉਹ ਪਾਰਟ ਸੀ। ਔਰ ਇਹ ਚੀਜ਼ ਕਿਉਂ ਨਾ ਡਿਨਾਈ ਕੀਤੀ ਗਈ ਅੱਜ ਮੁੱਖ ਮੰਤਰੀ ਤੋਂ ਪ੍ਰੈਸ ਕਾਨਫਰੰਸ ਕਰਕੇ ਕਿ ਮੇਰੇ ਇਕਬਾਲ ਸਰਪੰਚ ਨਾਲ ਕੋਈ ਰਿਸ਼ਤੇ ਨਹੀਂ, ਮੇਰੇ ਬਿੰਦਰ ਉਹਦੇ ਬੇਟੇ ਨਾਲ ਕੋਈ ਰਿਸ਼ਤੇ ਨਹੀਂ। ਔਰ ਇਹਦੀ ਇੱਕ ਜਿਹੜੀ ਅਗਲੀ ਕੜੀ ਹੈ ਗੌਰਵ ਜੀ, ਤੁਸੀਂ ਇੱਕ ਦਿਨ ਵੇਟ ਕਰੋ, 2 ਦਿਨ ਤੁਹਾਨੂੰ ਇਹਦੀ ਅਗਲੀ ਕੜੀ ਦਿਖਾਵਾਂਗੇ ਜਿੱਥੇ ਜਿਹੜੇ ਇਹਨਾਂ ਨੇ ਲੁਟੇਰੇ ਪੰਜਾਬ ਦਿਆਂ ਨੇ ਪੰਜਾਬ ਨੂੰ ਲੁੱਟਿਆ, ਉਹ ਸਾਰੀ ਫਿਲਮ ਲੋਕਾਂ ਸਾਹਮਣੇ ਦੱਸਾਂਗੇ ਕਿ ਕਿੱਦਾਂ 1000 ਕਰੋੜ ਦਾ ਸਕੈਮ ਹੈ ਲੋਕਾਂ ਨੇ 111 ਦਿਨਾਂ 'ਚ ਕੀਤਾ। ਇਹ ਜਨਤਾ ਜ਼ਾਹਿਰ ਹੋਊ। ਔਰ ਮੈਂ ਕਹਿਣਾ ਕਿ ਖੜਿਆਲ ਸਾਹਿਬ ਤਾਂ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦੇ ਨੇ, ਧਰਤੀ ਤੇ ਉਤਰ ਕੇ ਦੇਖਣ ਲੋਕ ਇੱਕ ਕਰਕੇ ਬਹੁਤ ਸਾਰੇ ਪੁਆਇੰਟ ਰੱਖ ਦਿੱਤੇ ਨੇ। ਕਲੇਟ ਸਾਹਿਬ ਤੁਸੀਂ ਪੁਆਇੰਟ ਰੱਖਤੇ, ਮੈਂ ਇੱਕ ਵਾਰੀ ਜਵਾਬ ਲੈ ਲਵਾਂ। ਖੜਿਆਲ ਸਾਹਿਬ, ਨੰਬਰ 1 ਜਿਹੜੀਆਂ ਫੋਟੋਆਂ ਵੀਡੀਓਆਂ ਦੀ ਗੱਲ ਕਰਦੇ ਆ, ਇਹਨਾਂ ਦੇ ਲੀਡਰਸ ਦੇ ਖਿਲਾਫ ਬੜੀਆਂ ਵੀਡੀਓਜ਼ ਸਰਫੇਸ ਹੋ ਰਹੀਆਂ ਹੈ, ਆਹ ਕਰਦੇ ਉਹ ਕਰਦੇ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਸੱਚ ਹੈ। ਤੁਹਾਨੂੰ ਪਤਾ ਹੋਊਗਾ ਕੋਰਟ ਦੇ ਵਿੱਚ ਕੋਈ ਫੋਟੋ ਵੀਡੀਓ ਐਡਮਿਟ ਕਰਾਉਣ ਤੋਂ ਪਹਿਲਾਂ ਉਹਨੂੰ ਵੈਰੀਫਾਈ ਕਰਾਉਣਾ ਪੈਂਦਾ ਹੈ। ਇੱਥੇ ਕੋਈ ਵੈਰੀਫਿਕੇਸ਼ਨ ਨਹੀਂ ਹੋਈ, ਡਾਕਟਰਡ ਚੀਜ਼ਾਂ ਸਾਰੀਆਂ, ਬਿਕੋਜ਼ ਇਹਨਾਂ ਦੀ ਸਾਜ਼ਿਸ਼ ਹੈ, ਡਿਫੇਮ ਕਰਨਾ ਚਾਹੁੰਦੇ ਆ। ਖੜਿਆਲ ਸਾਹਿਬ ਡਿਨਾਈ ਕੀਤਾ ਜੀ, ਮੁੱਖ ਮੰਤਰੀ ਸਾਹਿਬ ਨੇ ਡਿਨਾਈ ਕੀਤਾ। ਮੈਂ ਬੜੇ ਬਹੁਤ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੀ ਮੁੱਖ ਮੰਤਰੀ ਸਾਹਿਬ ਨੇ ਡਿਨਾਈ ਕੀਤਾ? ਇਹਨਾਂ ਨੂੰ ਪੁੱਛੋ ਕਿ ਸਾਹਿਬ ਦੀ ਕੋਈ ਕ੍ਰੈਡੀਬਿਲਿਟੀ ਹੈ ਜਿਹੜੇ ਵਿਅਕਤੀ ਖਿਲਾਫ ਡਰੱਗਸ ਦਾ ਕੇਸ ਦਰਜ ਹੈ, ਜਿਹੜਾ ਆਪ ਮੈਂ ਫੇਰ ਦੁਬਾਰਾ ਕਹਿ ਰਿਹਾ ਕਿ ਵਿਕਰਮ ਮਜੀਠੀਆ ਦੀ ਕ੍ਰੈਡੀਬਿਲਿਟੀ ਤਾਂ ਬਹੁਤ ਹੈ। ਕੀ ਕੈਸੇ ਮੁੱਖ ਮੰਤਰੀ ਦੀ ਕ੍ਰੈਡੀਬਿਲਿਟੀ ਹੈਗੀ ਜਿਹੜੇ ਲੜਕੀਆਂ ਨੂੰ ਰਾਤ ਨੂੰ ਗੰਦੇ ਮੈਸੇਜ ਭੇਜਦੇ ਨੇ? ਖੜਿਆਲ ਸਾਹਿਬ ਦੱਸੋ ਨਾ ਲੋਕਾਂ ਨੂੰ ਕਿ ਕੀ ਕੈਸੇ ਮੁੱਖ ਮੰਤਰੀ ਦੀ ਕ੍ਰੈਡੀਬਿਲਿਟੀ ਹੁੰਦੀ ਹੈ ਜਿੱਥੇ ਜਵਾਬ ਲੈਣ ਦੇ ਵਿੱਚ ਇੱਕ IAS ਅਫਸਰ। ਠੀਕ ਹੈ ਕਲੇਟ ਸਾਹਿਬ, ਖੜਿਆਲ ਜੀ ਨੂੰ ਇੱਕ ਵਾਰੀ ਬੋਲ ਲੈਣ ਦਿਓ, ਉਸ ਤੋਂ ਬਾਅਦ ਤੁਸੀਂ ਆਪਣੀ ਗੱਲ ਰੱਖ ਲਿਓ। ਹਾਂ, ਇਹਨਾਂ ਨੂੰ ਕੋ ਫੈਕਟਸ ਦੇ ਉੱਤੇ ਜਵਾਬ ਦੇਣ ਦੀ ਪਲੀਜ਼, ਲੋਕਾਂ ਤੱਕ ਗੱਲ ਪਹੁੰਚੇ, ਜੋ ਤੁਸੀਂ ਕਹਿਣਾ ਚਾਹੋਗੇ ਲੋਕਾਂ ਤੱਕ ਪਹੁੰਚੇ। ਇਸ ਕਰਕੇ ਇੱਕ ਕਰਕੇ ਬੋਲੋ, ਲੋਕਾਂ ਨੂੰ ਸਮਝ ਆਏਗਾ, ਦਰਸ਼ਕਾਂ ਨੂੰ ਸਮਝ ਆਏਗੀ ਗੱਲ। ਖੜਿਆਲ ਸਾਹਿਬ ਦੇਖੋ ਨੰਬਰ 1 ਗੱਲ ਇਹ ਹੈ ਕਿ ਮਜੀਠੀਆ ਸਾਹਿਬ ਦੀ ਕ੍ਰੈਡੀਬਿਲਿਟੀ 0% ਹੈ। ਕੋਰਟ ਦੇ ਵਿੱਚ ਜੇ ਕਿਸੇ ਨੇ ਗਵਾਹੀ ਦੇਣੀ ਹੁੰਦੀ ਹੈ ਨਾ, ਕੋਰਟ ਦੇਖਦਾ ਕਰੈਕਟਰ ਕੀ ਹੈ ਬੰਦੇ ਦਾ, ਬੰਦੇ ਦੇ ਖਿਲਾਫ ਪਹਿਲਾਂ ਕੋਈ ਕੇਸ ਤਾਂ ਨਹੀਂ ਦਰਜ, ਇਹ ਗਲਤ ਕੰਮ ਤਾਂ ਨਹੀਂ ਕਰਦਾ, ਤੇ ਉਹਦੇ ਹਿਸਾਬ ਨਾਲ ਉਹਦੀ ਗਵਾਹੀ ਦੀ ਵੈਲਿਊ ਮੰਨੀ ਜਾਂਦੀ ਹੈ। ਤੇ ਇੱਥੇ ਤਾਂ ਗਵਾਹੀ ਦੀ ਵੈਲਿਊ 0 ਤੋਂ ਵੀ ਘੱਟ ਹੈ, ਮਾਈਨਸ 'ਚ ਹੈ। ਦੂਜੀ ਗੱਲ, ਇਹ ਰਿਲੀਫ ਦੀ ਗੱਲ ਕਰਦੇ ਆ। ਮਜੀਠੀਆ ਸਾਹਿਬ ਦੀ ਹਜੇ ਬੇਲ ਐਬਸੋਲੂਟ ਨਹੀਂ ਹੋਈ, ਪ੍ਰੈਸ ਕਾਨਫਰੰਸ ਕਰਦੇ ਫਿਰਦੇ ਆਪਦੇ ਕੇਸ ਵੱਲ ਧਿਆਨ ਦੇਣ। ਜਿੱਥੋਂ ਤੱਕ ਚੰਨੀ ਸਾਹਿਬ ਦੀ ਗੱਲ ਹੈ, ਤੁਸੀਂ ਇਕਬਾਲ ਸਰਪੰਚ ਬਾਰੇ, ਉਹਦੇ ਬੇਟੇ ਅਰਵਿੰਦਰ ਸਿੰਘ ਬਿੰਦਰ ਬਾਰੇ ਤੇ ਜਿਹੜਾ ਰਕੇਸ਼ ਚੌਧਰੀ ਹੈ, ਇਹਨਾਂ ਬਾਰੇ ਗੱਲ ਕਰੋ ਖੜਿਆਲ ਸਾਹਿਬ। ਇਧਰ ਉਧਰ ਕੀ ਬਾਤ ਮਤ ਕਰ, ਕਾਫਿਲਾ ਕਿਉਂ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੀ ਵੀ ਗੱਲ ਕਰੋ। ਵੈਰੀਫਾਈ ਕਰਾ ਕੇ ਦਿਖਾਓ। ਘੜੀਆਂ ਡਾਕਟਰ 12-15 ਲੱਖ ਦੀਆਂ ਘੜੀਆਂ ਬਾਰੇ ਦੱਸੋ ਲੋਕਾਂ ਨੂੰ। ਹਨੀ ਦੀ ਕੀ ਰਿਲੇਸ਼ਨਸ਼ਿਪ ਹੈਗੀ ਹੈ? ਹਨੀ ਕਿਉਂ ਆਫੀਸ਼ੀਅਲ ਫੰਕਸ਼ਨ 'ਚ ਜਾਂਦਾ, ਇਹ ਵੀ ਦੱਸੋ ਲੋਕਾਂ ਨੂੰ। ਇਧਰ ਉਧਰ ਦੀਆਂ ਗੱਲਾਂ ਮਾਰ ਕੇ ਸਮਾਂ ਨਾ ਬਰਬਾਦ ਕਰੋ ਲੋਕਾਂ ਦਾ। ਜਿਹੜੀ ਗੱਲ ਇਹ ਕਹਿ ਰਹੇ ਆ ਉਹਦੇ ਵਿੱਚ ਹਾਮੀ ਠੀਕ ਹੈ, ਇੱਕ ਕਰਕੇ ਖੜਿਆਲ ਸਾਹਿਬ ਕੰਪਲੀਟ ਕਰ ਲਓ ਪਲੀਜ਼ ਤੁਸੀਂ। IAS ਆਫੀਸਰ, ਉਹ ਲੇਡੀ IAS ਆਫੀਸਰ ਇਹਨਾਂ ਦੀ ਗੱਲ ਛਾਮੀ ਭਰਦੀ ਹੈ, ਨਹੀਂ ਭਰਦੀ। It was basically a misunderstanding has been sorted. Principle of natural justice ਕਹਿੰਦਾ, ਕਾਨੂੰਨ ਕਹਿੰਦਾ ਹੈ ਲੇਡੀ ਆਫੀਸਰ ਦੀ ਖੜਿਆਲ ਸਾਹਿਬ ਅੱਜ ਵੀ ਕੰਪਲੇਂਟ ਸਟੈਂਡ ਕਰਦੀ ਹੈ। ਛੋਟੀ ਵੂਮਨ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ
ਇਹ ਗੱਲ ਕਹੀ ਸੀ ਕਿ ਅਗਰ ਇਨਸਾਫ ਨਾ ਮਿਲਿਆ ਤਾਂ ਮੈਂ ਧਰਨੇ ਤੇ ਬੈਠੂੰਗੀ। ਹੁਣ ਤੁਸੀਂ ਪੰਜਾਬ ਦੇ ਲੁੱਟ ਖੋਹ ਦੇ ਵਿੱਚ ਫੜੇ ਗਏ, ਕਰੋੜਾਂ ਰੁਪਏ ਦਾ ਸਕੈਮ ਹੈ। ਨਿੱਕੀ ਕਰਕੇ ਸਰ ਪਲੀਜ਼, ਮੈਂ ਔਰਤਾਂ ਦਾ ਸਤਿਕਾਰ ਕਰਦੇ ਹੋ, ਖਡਿਆਲ ਸਾਹਿਬ ਕਲੇਸ਼ ਜੀ ਪੈਸੇ ਦਾ ਸਤਿਕਾਰ ਕਰਦੇ ਹੋ। ਦੇਖੋ ਲੋਕਾਂ ਤੱਕ ਗੱਲ ਨਹੀਂ ਪਹੁੰਚ ਪਾਉਂਦੀ ਨਾ, ਫਿਰ ਆਪਾਂ ਨੂੰ ਵਿਚਾਲੇ ਮੈਨੂੰ ਰੋਕਣਾ ਪਏਗਾ। ਇੱਕ ਇੱਕ ਕਰਕੇ ਗੱਲ ਕਰ ਲਓ, ਮੈਂ ਬੈਕ ਟੂ ਬੈਕ ਤੁਹਾਡੇ ਰਿਐਕਸ਼ਨ ਲੈ ਲਾਂਗਾ, ਉਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ। ਕਲੇਰ ਜੀ ਥੋੜਾ ਜਿਹਾ ਇੱਕ ਵਾਰੀ ਹੋਲਡ ਕਰੋ, 20 ਸੈਕਿੰਡ ਬੋਲਣ ਦੋ, ਉਸ ਤੋਂ ਬਾਅਦ ਤੁਸੀਂ ਆਪਣੀ ਗੱਲ ਜ਼ਰੂਰ ਰੱਖੋ। ਦੁਬਾਰਾ ਪੁੱਛ ਲਿਓ ਜਿਹੜਾ ਤੁਸੀਂ ਚੀਜ਼ ਕਹਿਣਾ ਚਾਹੁੰਦੇ ਹੋ। ਖਡਿਆਲ ਸਾਹਿਬ ਪਲੀਜ਼ ਕੰਪਲੀਟ ਕਰੋ। ਦੋ ਤਿੰਨ ਚੀਜ਼ਾਂ ਨੇ, ਇੱਕ ਤਾਂ ਤੁਸੀਂ ਤਸਵੀਰਾਂ ਦਾ ਜ਼ਿਕਰ ਕਰ ਰਹੇ ਹੋ, ਵੀਡੀਓਜ਼ ਦਾ ਜ਼ਿਕਰ ਕਰ ਰਹੇ ਹੋ, ਐਸਪੀਯੂ ਦਾ ਉਹ ਜ਼ਿਕਰ ਕਰ ਰਹੇ ਨੇ, ਤੁਸੀਂ ਜਵਾਬ ਦੇ ਦਿਓ। ਮੈਂ ਉਹੀ ਕਹਿ ਰਿਹਾ, ਡਾਕਟਰਡ ਹੈ। ਦੇਖੋ ਜਿਨ੍ਹਾਂ ਦਾ ਬੈਕਗ੍ਰਾਉਂਡ ਇਦਾਂ ਦਾ, ਉਹ ਡਾਕਟਰਡ ਫੋਟੋਜ਼ ਵੀਡੀਓਜ਼ ਨਾਲ ਅੱਗੇ ਆ ਸਕਦੇ ਆ। ਜਿਹੜੀ ਚੀਜ਼ ਵੈਰੀਫਾਈਡ ਹੀ ਨਹੀਂ, ਉਹਨੂੰ ਤੁਸੀਂ ਕਿਵੇਂ ਅੱਗੇ ਐਡਮਿਟ ਕਰਾ ਸਕਦੇ ਹੋ? ਸੋ ਦੇਅਰਫੋਰ ਸਿਰਫ ਇੱਕ ਸਿੰਪਲ ਚੀਜ਼ ਕਹਿਣਾ ਚਾਹਣਾ ਕਿ ਇਹਨਾਂ ਦੀ ਇੱਕ ਸਿਰਫ ਸਾਜ਼ਿਸ਼ ਹੈ, ਬਿਕੋਜ਼ ਇਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਲੋਕਾਂ ਨੇ ਇਹਨੂੰ ਬਾਹਰ ਦਾ ਰਸਤਾ ਦਿਖਾਤਾ, ਇਲੈਕਸ਼ਨਸ ਵਾਸਤੇ ਜਿੱਤਣਾ ਨਹੀਂ। ਕਾਂਗਰਸ ਪਾਰਟੀ ਦੇ ਟੈਂਟ ਪਾ ਦਿਆ, ਝੂਠੀਆਂ ਗੱਲਾਂ ਕਰਕੇ, ਹਵਾਈ ਗੱਲਾਂ ਕਰਕੇ। ਗੌਰਵ ਜੀ, ਮੈਂ ਸਿਰਫ ਇਹਨਾਂ ਕਹਿਣਾ ਹੈ, ਮੈਨੂੰ ਇੱਕ ਹੈਰਾਨੀ ਹੈ ਕਿ ਜਾਂ ਤਾਂ ਖਡਿਆਲ ਸਾਹਿਬ ਨੂੰ ਕਾਂਗਰਸ ਦਫ਼ਤਰ ਕੋਈ ਗੱਲ ਨਹੀਂ ਦੱਸਦਾ, ਮੁੱਖ ਮੰਤਰੀ ਨੇ ਡਿਨਾਈ ਨਹੀਂ ਕੀਤੀਆਂ ਫੋਟੋਆਂ, ਪਾਰਟੀ ਪ੍ਰਧਾਨ ਨੇ। ਖਡਿਆਲ ਸਾਹਿਬ ਇੱਕ ਵਾਰੀ ਸੁਣ ਲਈਏ, ਕਲੇਰ ਸਾਹਿਬ ਕੀ ਕਹਿ ਰਹੇ ਬਸ ਸੁਣ ਲਈਏ। ਖਡਿਆਲ ਜੀ ਥੋੜੇ ਹੋਲਡ ਕਰਿਓ। ਕਲੇਰ ਸਾਹਿਬ ਦੱਸੋ ਨਾ ਲੋਕਾਂ ਨੂੰ। ਨਹੀਂ ਕਲੇਰ ਸਾਹਿਬ, ਜਿਹੜੀਆਂ ਤਸਵੀਰਾਂ ਨੇ ਗੌਰਵ ਜੀ ਇਹ ਗੱਲ ਵੈਰੀਫਾਈਡ ਨਹੀਂ ਨੇ, ਜਾਂ ਜਿਹੜੀ ਵੀਡੀਓ ਹੈ ਉਹ ਵੈਰੀਫਾਈਡ ਨਹੀਂ ਹੈ, ਕੁਐਸਚਨ ਮਾਰਕ ਹੈ ਉਸ ਦੇ ਉੱਪਰ। ਗੌਰਵ ਜੀ ਕੁਐਸਚਨ ਮਾਰਕ ਮੁੱਖ ਮੰਤਰੀ ਨੇ ਨਹੀਂ ਲਾਇਆ, ਕਾਂਗਰਸ ਪਾਰਟੀ ਨੇ ਨਹੀਂ ਲਾਇਆ। ਗੌਰਵ ਜੀ ਉਹ ਤਸਵੀਰਾਂ ਦੇ ਆਰ ਨਾਟ ਇਨ ਦ ਕੋਰਟ ਫॉर ਐਵੀਡੈਂਸ, ਉਹ ਤੇ ਨਾਰਮਲ ਫੋਟੋਗ੍ਰਾਫਸ ਨੂੰ ਵੈਰੀਫਾਈ ਕਾਹਦੇ ਵਾਸਤੇ ਕਰਨਾ? ਇਹ ਖਡਿਆਲ ਸਾਹਿਬ ਨੂੰ ਪਤਾ ਨਹੀਂ ਕੀ ਗੱਲ ਕਰ ਰਹੇ ਨੇ ਅੱਜ। ਇਹ ਸਭ ਫੋਕਸ ਕੁਝ ਨਹੀਂ। ਪਲੀਜ਼ ਇੱਕ ਇੱਕ ਕਰਕੇ ਸਰ, ਲੋਕਾਂ ਤੱਕ ਗੱਲ ਨਹੀਂ ਪਹੁੰਚ ਪਾਉਂਦੀ। ਪਲੀਜ਼ ਸੋ ਖਡਿਆਲ ਸਾਹਿਬ ਥੋੜਾ ਜਿਹਾ ਹੋਲਡ ਕਰ ਲਓ। ਕਲੇਰ ਜੀ ਤੁਸੀਂ ਆਪਣੀ ਗੱਲ ਰੱਖ ਲਓ। ਮੈਂ ਖਡਿਆਲ ਸਾਹਿਬ ਨੂੰ ਪੁੱਛਦਾ ਗੌਰਵ ਜੀ ਖਡਿਆਲ ਸਾਹਿਬ ਨੂੰ ਪੁੱਛੋ ਕਿ ਮੁੱਖ ਮੰਤਰੀ ਨੇ 10 ਕਰੋੜ ਰੁਪਇਆ ਸਾਲੀ ਦੇ ਮੁੰਡੇ ਦੇ ਘਰੇ ਕਿਉਂ ਰੱਖਿਆ? 70-80 ਕਰੋੜ ਦੀ ਜਾਇਦਾਦ ਕਿਉਂ ਬਣਾਈ? 70-80 ਕਰੋੜ ਦੀ ਜਾਇਦਾਦ ਕਿਉਂ ਬਣਾਈ? ਪੰਜਾਬ ਨੂੰ ਲੁੱਟਣ ਲਈ ਇਕਬਾਲ ਸਰਪੰਚ, ਅਰਵਿੰਦਰ ਬਿੰਦਰ, ਰਕੇਸ਼ ਚੌਧਰੀ ਕਿਉਂ ਲਾਏ? ਕਿਉਂ ਡੀਐਫਓ ਅਫਸਰ ਉਹਨਾਂ ਦੀ ਮਰਜ਼ੀ ਦੇ? ਥੋੜਾ ਜਿਹਾ ਹੋਲਡ ਕਰੋ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਅਫਸਰਸ਼ਾਹੀ ਉਹਨਾਂ ਦੀ ਮਰਜ਼ੀ ਨਹੀਂ ਇਹਨੇ ਸਮਝ ਨਹੀਂ ਆ ਰਿਹਾ। ਖਡਿਆਲ ਸਾਹਿਬ ਦੱਸੋ ਨਾ ਗੱਲ ਇਹਨਾਂ ਨੂੰ। ਨਹੀਂ ਕਲੇਰ ਸਾਹਿਬ, ਖਡਿਆਲ ਸਾਹਿਬ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਹੋਏਗਾ ਤੁਸੀਂ ਕੀ ਗੱਲ ਕਰਨਾ ਚਾਹੁੰਦੇ ਹੋ ਜਾਂ ਆਪਣਾ ਕੀ ਤੁਸੀਂ ਪੁਆਇੰਟ ਰੱਖਣਾ ਚਾਹੁੰਦੇ ਹੋ। ਠੀਕ ਹੈ ਥੋੜਾ ਜਿਹਾ ਹੋਲਡ ਕਰੋ ਪਲੀਜ਼, ਥੋੜਾ ਜਿਹਾ ਹੋਲਡ ਕਰੋ, ਇੱਕ ਸੈਕਿੰਡ। ਠੀਕ ਹੈ ਸਰ, ਥੋੜਾ ਜਿਹਾ ਹੋਲਡ ਕਰੋ। ਨੀਲ ਗਰਗ ਜੀ, ਅਰੇ ਤੁਸੀਂ ਦੱਸੋਗੇ ਜਿਹੜੇ ਕਿਸੇ ਨਾਰੀ ਦਾ ਵੀ ਸਤਿਕਾਰ ਨਹੀਂ ਕਰ ਸਕਦੇ। ਨੀਲ ਗਰਗ ਜੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ, ਕਹਿਣਾ ਚਾਹ ਰਹੇ ਹੋ। ਉੱਤੋਂ ਚੋਰ ਪੰਜਾਬ ਨੂੰ ਹਜ਼ਾਰਾਂ ਕਰੋੜ ਦਾ ਨੀਲ ਗਰਗ ਜੀ, ਤੁਸੀਂ ਸਾਨੂੰ ਖਡਿਆਲ ਸਾਹਿਬ, ਕਲੇਰ ਸਾਹਿਬ ਥੋੜਾ ਜਿਹਾ ਹੋਲਡ ਕਰੋ, ਲੋਕਾਂ ਤੱਕ ਗੱਲ ਨਹੀਂ ਪਹੁੰਚ ਪਾਉਂਦੀ। ਇਹਨਾਂ ਨੂੰ ਕੋਈ ਲੈਣਾ ਕਰਨੇ ਇਸ ਚੀਜ਼ ਨੂੰ। ਇਹ ਮੈਂ ਉਹੀ ਕਹਿ ਰਿਹਾ ਨਾ ਕਿ 6 ਪੁਆਇੰਟ ਆਪਣੇ ਇਕੱਠੇ ਹੋ ਜਾਂਦੇ ਆ, ਉਸ ਦੇ ਉੱਤੇ ਆਪਾਂ ਨਹੀਂ ਗੱਲ ਕਰ ਪਾਉਂਦੇ। ਇਸ ਲਈ ਕੋਸ਼ਿਸ਼ ਕਰਿਆ ਕਰੂੰਗੀ ਆਪਾਂ ਇੱਕ ਦੋ ਪੁਆਇੰਟ ਦੇ ਉੱਤੇ ਨਾਲ ਦੀ ਨਾਲ ਰਿਐਕਸ਼ਨ ਲਈਏ, ਤਾਂ ਹੀ ਡਿਬੇਟ ਦਾ ਕੋਈ ਫਾਇਦਾ ਹੁੰਦਾ। ਕਿ 3-4 ਮਿੰਟ ਤੁਸੀਂ ਬੋਲੋ, 3-4 ਮਿੰਟ ਤੁਸੀਂ ਬੋਲੋ, ਤਾਂ ਡਿਬੇਟ ਇਸ ਤਰੀਕੇ ਨਾਲ ਨਿਕਲ ਜਾਣੀ। ਪਲੀਜ਼ ਥੋੜਾ ਜਿਹਾ ਹੋਲਡ ਕਰੋ। ਜਾਂਦਾ ਹੈ ਕਿ ਡਿਬੇਟ ਗੌਰਵ ਜੀ ਪ੍ਰੋਬਲਮ ਇਹ ਹੈ ਥੋੜਾ ਜਿਹਾ ਹੋਲਡ ਰੱਖਿਓ, ਇੱਕ ਸੈਕਿੰਡ ਦਾ ਜਵਾਬ ਨਹੀਂ ਦਿੰਦੇ। ਖਡਿਆਲ ਸਾਹਿਬ ਇੱਕ ਸੈਕਿੰਡ। ਨੀਲ ਗਰਗ ਜੀ, ਮੈਂ ਜੈਬਾਨ ਜੀ ਤੁਹਾਡੇ ਕੋਲ ਪੁਆਇੰਟ ਦਾ ਜਵਾਬ ਨਹੀਂ ਦਿੰਦੇ, ਇਸੇ ਬਾਰੇ ਇੱਕ ਸੈਕਿੰਡ ਸਰ, ਕ੍ਰਾਸ ਡਿਬੇਟ ਹੋ ਜਾਂਦੀ ਹੈ। ਜੈਬਾਨ ਜੀ ਤੁਹਾਡੇ ਕੋਲ ਆ ਰਹੇ ਉਹਨਾਂ ਨੂੰ ਕੋਈ ਜਵਾਬ ਦੇਣ ਜਿਹੜੇ ਕਲੇਰ ਸਾਹਿਬ ਨੇ ਗੱਲਾਂ ਕੀਤੀਆਂ ਨੇ, ਮੈਂ ਵੀ ਜਵਾਬ ਮੰਗ ਰਿਹਾ ਉਹਨਾਂ ਕੋਲੋਂ। ਤੁਸੀਂ ਤਾਂ ਰਲੇ ਹੋਏ ਹੋ, ਤੁਹਾਡੇ ਨਾਲ ਅਲਾਈਅੰਸ ਪਾਰਟਨਰ ਰਹੇ ਆ, ਅਜੇ ਵੀ ਅੰਦਰ ਖਾਤੇ ਗੱਲਾਂ ਚੱਲ ਰਹੀ ਹੈ। ਠੀਕ ਹੈ, ਆ ਰਹੀ ਹੈ ਗਰਗ ਸਾਹਿਬ, ਆਵਾਜ਼ ਆ ਰਹੀ ਹੈ। ਗੌਰਵ ਜੀ ਮੈਂ ਇਹ ਕਹਿਣਾ ਚਾਹ ਰਿਹਾ ਹੈਗਾ ਕਿ ਅਸੀਂ ਕਰਪਸ਼ਨ ਦੇ ਖਿਲਾਫ ਅੰਦੋਲਨ ਚੋਂ ਨਿਕਲੀ ਹੋਈ ਪਾਰਟੀਆਂ, ਤੇ ਇਸ ਕਰਕੇ ਸਾਨੂੰ ਇਹਨਾਂ ਦੀਆਂ ਰੇਡਾਂ ਰੂਡਾਂ ਦਾ ਡਰ ਨਹੀਂ ਲੱਗਦਾ, ਕਿਉਂਕਿ ਜਦੋਂ ਸਾਡੇ ਕੋਲ ਰੇਡ ਪੈਂਦੀ ਹੈ 10 ਮਫਲਰ ਨਿਕਲਦੇ ਆ। ਸਾਡੇ ਤੇ ਯਾਨੀ ਕਿ ਚੰਨੀ ਸਾਹਿਬ ਦੀ ਰੇਡ 'ਚ ਜ਼ਮੀਨ ਸਮਾਨ ਦਾ ਅੰਤਰ ਹੈਗਾ। ਉੱਥੋਂ ਜਦੋਂ ਰੇਡ ਪੈਂਦੀ ਹੈ ਤਾਂ 10 ਕਰੋੜ ਰੁਪਇਆ ਨਿਕਲਦਾ, 56 ਕਰੋੜ ਦੀਆਂ ਟ੍ਰਾਂਜੈਕਸ਼ਨਾਂ ਨਿਕਲਦੀਆਂ ਨੇ, 12 ਲੱਖ ਦੀ ਘੜੀ ਨਿਕਲਦੀ ਹੈ, ਤੇ ਸੋਨਾ ਪਤਾ ਨਹੀਂ ਕਿੰਨਾ ਕੁ ਨਿਕਲਦਾ। ਅੱਜ ਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਬਕਾਇਦਾ ਤੌਰ ਤੇ ਮੈਂਸ਼ਨ ਕੀਤਾ ਕਿ ਇਹਨਾਂ ਦੀ ਜਿਹੜੀ ਲਿਸਟ ਸੀ, ਜਦੋਂ ਉਸ ਟਾਈਮ ਤੇ ਇਨਕੁਆਇਰੀ ਉਹਨਾਂ ਨੇ ਕਰਾਈ ਸੀ, ਉਹ ਸਾਰੇ ਨਾਮ ਜਿਹੜੇ ਹੈਗੇ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਤੇ ਬਾਕੀ ਕੇਂਦਰੀ ਲੀਡਰਸ਼ਿਪ ਨੂੰ ਦਿੱਤੇ ਸੀ। ਸਾਡਾ ਤਾਂ ਸਵਾਲ ਉਲਟਾ ਇਹ ਹੈਗਾ ਕਿ ਕੇਂਦਰੀ ਯਾਨੀ ਕਿ ਲੀਡਰਸ਼ਿਪ ਨੇ, ਸੋਨੀਆ ਗਾਂਧੀ ਜੀ ਨੇ ਬਜਾਏ ਇਸ ਨੂੰ ਯਾਨੀ ਕਿ ਡ੍ਰੌਪ ਕਰਨ ਦੇ, ਇਹਨਾਂ ਨੂੰ ਤੇ ਉਲਟਾ ਇਨਾਮ ਦੇ ਕੇ ਮੁੱਖ ਮੰਤਰੀ ਬਣਾਤਾ। ਕੀ ਚੀਜ਼ ਜਿਹੜਾ ਹੈਗਾ ਇੱਥੇ ਇਹ ਘਪਲੇ ਹੋ ਰਹੇ ਨੇ, ਜਿਹੜੀ ਯਾਨੀ ਕਿ ਇਲੀਗਲ ਮਾਈਨਿੰਗ ਹੋ ਰਹੀ ਹੈ, ਕਿ ਇਹਦਾ ਪੈਸਾ ਜਿਹੜਾ ਹਿੱਸੇਦਾਰੀ ਜਿਹੜੀ ਹੈ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਨੂੰ ਵੀ ਜਾਂਦੀ ਹੈ? ਸਾਡਾ ਤਾਂ ਉਲਟਾ ਇਹ ਸਵਾਲ ਹੈਗਾ। ਔਰ ਦੂਸਰੀ ਗੱਲ, ਇਹ ਕਿਵੇਂ ਮੁੱਕਰ ਸਕਦੇ ਨੇ? ਨਵੰਬਰ ਮਹੀਨੇ ਦੇ ਵਿੱਚ ਜਿੰਦਾਪੁਰ ਪਿੰਡ ਦੇ ਵਿੱਚ ਅਸੀਂ ਲਾਈਵ ਯਾਨੀ ਕਿ ਉੱਥੇ ਸਟਿੰਗ ਕੀਤਾ ਸੀ, ਲਾਈਵ ਦਿਖਾਇਆ ਸੀ ਸਾਰਾ ਕੁਝ, ਕਿਸ ਤਰੀਕੇ ਮੁੱਖ ਮੰਤਰੀ ਸਾਹਿਬ ਦੇ ਆਪਣੇ ਇਲਾਕੇ ਦੇ ਵਿੱਚ ਇਲੀਗਲ ਮਾਈਨਿੰਗ ਹੋ ਰਹੀ ਹੈ, ਔਰ ਜੇ ਕਿਸੇ ਅਫਸਰ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈਗਾ। ਨਹੀਂ ਗਰਗ ਸਾਹਿਬ, ਤੁਹਾਨੂੰ ਈਡੀ ਦੀ ਕਾਰਵਾਈ ਜੋ ਪੰਜਾਬ 'ਚ ਹੋਈ, ਕੋਈ ਕਿੰਤੂ ਪਰੰਤੂ ਨਹੀਂ ਉਸ ਦੇ ਉੱਪਰ?
ਨਹੀਂ ਤੁਸੀਂ ਦੇਖੋ, ਮੈਂ ਤੁਹਾਡੇ ਚੈਨਲ ਤੇ ਵੀ ਆ ਕੇ ਬੜੇ ਵਾਰੀ ਆਖਿਆ ਸੀ, ਬਾਕੀ ਚੈਨਲਾਂ ਤੇ ਬਹੁਤ ਵਾਰੀ ਆਖਿਆ, ਸਾਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਬੀਜੇਪੀ ਹੈ ਉਹ ਆਪਣੇ ਮਫਾਦ ਲਈ ਇਹਨਾਂ ਏਜੰਸੀਆਂ ਨੂੰ ਵਰਤਦੀ ਰਹਿੰਦੀ ਹੈ, ਪਰ ਇੱਥੇ ਜਿਹੜੀ ਰੇਡ ਹੋਈ ਉਸ ਰੇਡ ਦੇ ਵਿੱਚੋਂ ਯਾਨੀ ਕਿ 10 ਕਰੋੜ ਰੁਪਈਆ ਮਿਲਦਾ ਨਕਦ, ਜਿਹੜਾ ਅਸੀਂ ਟੈਲੀਵਿਜ਼ਨਾਂ ਤੇ ਲਗਾਤਾਰ ਦੇਖ ਰਹੇ ਹਾਂ। ਇੱਥੇ 56 ਕਰੋੜ ਦੀ ਟ੍ਰਾਂਜੈਕਸ਼ਨ ਦੇ ਕਾਗਜ਼ਾਤ ਮਿਲਦੇ ਆ, ਇੱਥੇ 12 ਲੱਖ ਦੀ ਘੜੀ ਮਿਲਦੀ ਹੈ, ਇੱਥੇ 25 ਲੱਖ ਦਾ ਸੋਨਾ ਮਿਲਦਾ ਹੈਗਾ। ਠੀਕ ਹੈ, ਜਦੋਂ ਇਹ ਮਿਲਦੀਆਂ ਨੇ ਤਾਂ ਉਹ ਜਿਹੜਾ ਇਲਜ਼ਾਮ ਹੈ ਉਹ ਯਾਨੀ ਕਿ ਨੈਲੀਫਾਈ ਹੋ ਜਾਂਦਾ ਹੈ। ਇੱਥੇ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ ਰੇਡ ਹੋਈ ਉਹ ਚੋਣਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੋਈ, ਤੇ ਉੱਥੋਂ ਜਿਹੜਾ ਮਿਲਿਆ, ਹੁਣ ਤੁਸੀਂ ਦੋਵੇਂ ਪਾਸੇ ਘੇਰਨ ਦੀ ਕੋਸ਼ਿਸ਼ ਹੈ ਕਿ ਹਾਂ ਬੀਜੇਪੀ ਨੂੰ ਵੀ ਘੇਰ ਲਈਏ ਔਰ ਦੂਜੇ ਪਾਸੇ ਕਾਂਗਰਸ ਨੂੰ ਵੀ ਘੇਰ ਲਈਏ। ਬੀਜੇਪੀ ਦੀ ਤਾਂ ਫਿਤਰਤ ਹੈ, ਅਸੀਂ ਚੰਗੀ ਤਰ੍ਹਾਂ ਵਾਕਿਫ ਹਾਂ, ਲੇਕਿਨ ਪੰਜਾਬ 'ਚ ਕਰਪਸ਼ਨ ਹੈ, ਇਹ ਵੀ ਚਿੱਟਾ ਸੱਚ ਹੈ। ਠੀਕ ਹੈ, ਔਰ ਇਹ ਸਭ ਦੇ ਸਾਹਮਣੇ ਹੈ। ਖੜਿਆਲ ਸਾਹਿਬ, ਖੜਿਆਲ ਗੌਰਵ ਜੀ ਇੱਕ ਮਿੰਟ, ਇੱਕ ਪੁਆਇੰਟ ਜਿਹੜੀ ਗੱਲ ਕਰ ਰਹੇ ਦੀ ਰੈਲੇਵੈਂਸੀ ਨਹੀਂ ਹੈ, ਉਹਦੀ ਰੈਲੇਵੈਂਸੀ 0% ਹੈ। ਪਹਿਲੀ ਗੱਲ ਤਾਂ ਮੈਟਰ ਜਿਹੜਾ ਪਰਟੇਨ ਕਰ ਰਿਹਾ ਹੁਣ ਰਿਲੇਟਡ ਹੈ। ਦੂਜੀ ਗੱਲ, ਜੇ ਉਹ ਵਾਕਈ ਸੱਚ ਸੀ, ਇਹਨਾਂ ਨੇ PIL ਕਿਉਂ ਨਹੀਂ ਪਾਈ, ਪਬਲਿਕ ਇੰਟਰਸਟ ਲਿਟੀਗੇਸ਼ਨ ਕਿਉਂ ਨਹੀਂ ਪਾਈ, ਮੈਟਰ ਨੂੰ ਫੋਲੋ ਅਪ ਕਿਉਂ ਨਹੀਂ ਕੀਤਾ? ਤਾਂ ਨਹੀਂ ਕੀਤਾ ਬਿਕੋਜ਼ ਉਹਦੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ, ਸੱਚ ਨਹੀਂ ਸੀਗਾ। ਦੂਜੀ ਗੱਲ, ਇਹਨਾਂ ਦੇ ਜਿਹੜੇ ਮਿਨਿਸਟਰ ਨੇ ਕਪਿਲ ਮਿਸ਼ਰਾ, ਉਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਅਕਿਊਜ਼ ਕੀਤਾ ਵੀ ਕਰਪਸ਼ਨ ਕਰਦੇ 3 ਕਰੋੜ ਦੀ। ਇਹਨਾਂ ਦੇ ਸੌਰਵ ਜੈਨ ਸਾਹਿਬ ਨੇ ਕਿਹਾ ਕਿ ਇਹਨਾਂ ਨੇ 25-30 ਕਰੋੜ ਰੁਪਏ ਦੀ ਇੱਕ ਟਿਕਟ ਵੇਚੀ ਹੈ, ਲੇਕਿਨ ਮੈਨੂੰ 3 ਕਰੋੜ ਰੁਪਏ ਦੀ ਲਾਈ ਹੈ। ਇਹਨਾਂ ਦੇ ਜਿਹੜੇ ਅਲਾਈਅੰਸ ਪਾਰਟਨਰ ਵੁੱਡ ਵੀ ਹੋਣ ਵਾਲੇ ਸੀਗੇ ਕਿਸਾਨ, ਉਹਨਾਂ ਨੇ ਕਿਹਾ ਵੀ ਟਿਕਟਸ ਇਹਨਾਂ ਨੇ 3 ਕਰੋੜ ਰੁਪਏ ਦੀ ਜਿਹੜਾ ਹੈਗਾ ਪੋਲੀਟੀਕਲ ਵੈਂਟੀਲੇਟਰ ਦੇ ਕਾਰਨ ਕਿ ਸੀ ਕਾਇਦਾ ਦਿੱਲੀ ਪੁਲਿਸ ਨੂੰ ਝਾੜ ਪਈ, ਬਕਾਇਦਾ ਸਾਡੇ ਤੇ ਤਾਂ ਸਾਡੇ CM ਦੇ ਉੱਤੇ, ਸਾਡੇ ਡਿਪਟੀ CM ਦੇ ਉੱਤੇ, ਸਾਡੇ ਹੈਲਥ ਮਿਨਿਸਟਰ ਦੇ ਉੱਤੇ ED ਨੇ ਰੇਡ ਪਾਈ ਹੈ। ਅਸੀਂ ਤਾਂ ਅੱਜ ਵੀ ਕਹਿੰਦੇ ਹਾਂ ਤੁਸੀਂ ਆਪਣੀ CBI ਭੇਜੋ, ਆਪਣੀ ED ਭੇਜੋ, ਆਪਣਾ ਇਨਕਮ ਟੈਕਸ ਡਿਪਾਰਟਮੈਂਟ ਭੇਜੋ, ਆਪਣੀ ਦਿੱਲੀ ਪੁਲਿਸ ਭੇਜੋ, ਜੋ ਕਰ ਸਕਦੇ ਕਰੋ। ਨਹੀਂ ਫਿਰ ਕੀ ਦਿੱਕਤ, ਫਿਰ ਕਿੰਤੂ ਪਰੰਤੂ ਕਿਉਂ ਹੈ ਗਰਗ ਸਾਹਿਬ, ਫਿਰ ਕਿੰਤੂ ਪਰੰਤੂ ਕਿਉਂ ਹੈ? ਫਿਰ ਕੀ ਇਲੈਕਸ਼ਨ ਵਾਲੀ ਗੱਲ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਕਰ ਦਿੱਤੀ ਟਾਈਮਿੰਗ ਦੇ ਉੱਤੇ ਸਵਾਲ? ਕਿੰਤੂ ਪਰੰਤੂ ਇਸ ਹੈ ਕਿ ਬੀਜੇਪੀ ਇਹਨਾਂ ਨੇ ਇੱਕ ਤਰ੍ਹਾਂ ਨਾਲ, ਇਹਨਾਂ ਨੇ ਗੌਰਵ ਜੀ, ਇਹਨਾਂ ਨੇ ਇੱਕ ਤਰ੍ਹਾਂ ਨਾਲ ਇਹਦੇ ਕੋ ਪ੍ਰੀ ਬੇਲ ਐਪਲੀਕੇਸ਼ਨ ਪਾਈ ਹੈ ਕਿ ਅਗਰ ਸਾਡੇ ਹੋ ਜਾਏਗਾ ਤੇ ਸਾਡੇ ਕੋਲ ਕੁਝ ਕਹਿਣ ਵਾਸਤੇ ਹੋਣਾ ਚਾਹੀਦਾ ਹੈ। ਇਹ ਨਹੀਂ ਸਮਝਦੇ ਕਿ ਅਗਰ ED ਨੇ ਰੇਡ ਕੀਤਾ ਇਹਨਾਂ ਦੇ ਉੱਤੇ ਤੇ ਉਹ ਰੇਡ ਵੀ ਓਡਾ ਹੀ ਪੁਖਤਾ ਹੋਏਗਾ ਜਿੰਨਾ ਕਿ ਉਪਿੰਦਰ ਹਨੀ ਦੇ ਉੱਤੇ ਰੇਡ ਸੀਗਾ। ਤੇ ਇਸ ਵੇਲੇ ਡਰੇ ਹੋਏ ਨੇ ਕਿ ਕਿਤੇ ਸਾਡੇ ਵੀ ਪੋਲ ਨਾ ਖੁੱਲ ਜਾਣ, ਤੇ ਇਸ ਵਾਸਤੇ ਇਹਨਾਂ ਨੇ ਉਹ ਇੱਕ ਤਰ੍ਹਾਂ ਦੇ ਨਾਲ ਇੱਕ ਪ੍ਰੀ ਬੇਲ ਟਾਈਪ ਆਫ ਪ੍ਰੈਸ ਕਾਨਫਰੰਸ ਲੈ ਲਈ ਹੈ, ਤੇ ਉਤੋਂ ਦੀ ਇਹਨਾਂ ਨੇ ਮੀਡੀਆ ਦੇ ਗਰਾਊਂਡ ਪੁਆਇੰਟਸ ਲੈਣ ਦੀ ਕੋਸ਼ਿਸ਼ ਕੀਤੀ ਹੈ। ਇਲੈਕਸ਼ਨ ਤੋਂ ਪਹਿਲਾਂ ਹੀ ਐਕਟਿਵ ਮੋਡ ਦੇ ਵਿੱਚ ਕਿਉਂ ED ਨਜ਼ਰ ਆਉਂਦੀ ਹੈ? ED ਸਾਰਾ ਟਾਈਮ ਨਜ਼ਰ ਹੁੰਦੀ ਹੈ, ਐਕਟਿਵ ਮੋਡ ਤੇ ਹੁੰਦੀ ਹੈ ਗੌਰਵ ਜੀ। ED 24/7 ਐਕਟਿਵ ਹੁੰਦੀ ਹੈ, ਸਿਰਫ ਇਲੈਕਸ਼ਨ ਟਾਈਮ ਦੇ ਉੱਤੇ ਮੀਡੀਆ ਦਾ ਜਿਹੜਾ ਫੋਕਸ ਹੈ ਉਹ ED ਦੇ ਉੱਤੇ ਜ਼ਿਆਦਾ ਹੋ ਜਾਂਦਾ ਹੈ। ਅਦਰਵਾਈਜ਼ ED ਇੰਨੀ ਵੱਡੀ ਆਰਗੇਨਾਈਜੇਸ਼ਨ ਹੈ, ਸਾਰਾ ਟਾਈਮ ਹੀ ਐਕਟਿਵ ਰਹਿੰਦੀ ਹੈ। ਤੁਸੀਂ ਕਮਾਲ ਕਰ ਰਹੇ ਹੋ ਬੰਸ ਜੀ, ਕਮਾਲ ਕਰ ਰਹੇ ਹੋ ਤੁਸੀਂ ਮੈਨੂੰ ਦੱਸੋ, ਜੇਕਰ ED ਪੁਖਤਾ ਦੇ ਨਾਲ ਉੱਥੇ ਰੇਡ ਕਰਦੀ ਹੈ ਤਾਂ ਪਹਿਲਾਂ ਜਾਨੀ ਕਿ ਹੁਣ ਤੱਕ 4 ਰੇਡਾਂ ਹੋ ਚੁੱਕੀਆਂ, ਮਿਲਿਆ ਕੁਝ ਦੱਸੋ ਕੇਸ ਕਨਵਿਕਸ਼ਨ ਤੱਕ ਪਹੁੰਚ ਸਕੇ 800 ਪਲੱਸ ਕੇਸਾਂ ਚ। ਮਾਰੇ ਕਲੇਰ ਸਾਹਿਬ ਪਤਾ ਲੱਗਦਾ ਕਿਵੇਂ ਐਜ਼ ਅ ਟੂਲ ਯੂਜ਼ ਕਰ ਰਹੇ। ਮੈਂ ਨਹੀਂ ਕਹਿ ਰਿਹਾ, ਫੈਕਟਸ ਕਹਿ ਰਹੇ। ਇਹਨਾਂ ਨੂੰ ਪੁੱਛੋ ਇਸ ਚੀਜ਼ ਦਾ, ਇਹਨਾਂ ਨੂੰ ਪੁੱਛੋ ਕਿ ਇਹਨਾਂ ਦੇ MP ਸੰਜੇ ਪਾਟਿਲ ਨੇ ਬਿਆਨ ਦਿੱਤਾ ਮੈਨੂੰ ED ਹੱਥ ਨਹੀਂ ਲਾਊਗੀ। ਮਹਾਰਾਸ਼ਟਰ ਦੇ ਵਿੱਚ ਮਿਸਟਰ ਖਾੜਸੇ ਉਹ ਪਾਰਟੀ ਛੱਡ ਕੇ ਖੜਿਆਲ ਸਾਹਿਬ ਦੇਖੋ, ਲੋਕ ਘੁੰਮ ਫਿਰ ਕੇ ਉਹਦੇ ਉੱਪਰ ਹੀ ਆ ਰਹੇ ਨੇ, ਜਿਹੜੀਆਂ ਤੁਹਾਡੇ ਵਿਰੋਧੀ ਪਾਰਟੀਆਂ ਨੇ ਉਹ ਵੀ, ਕਿ ਉਹ ਪੈਸੇ ਬਾਰੇ ਤੁਸੀਂ ਕੀ ਕਹੋਗੇ ਜਿਹੜਾ ਇੱਕ ਵੱਡਾ ਕੈਸ਼ ਕਿਹਾ ਜਾ ਰਿਹਾ ਕਿ ਉੱਥੋਂ ਬਰਾਮਦ ਹੋਇਆ? ਨੰਬਰ 1, ਉਹ ਚੰਨੀ ਸਾਹਿਬ ਦੇ ਘਰੋਂ ਬਰਾਮਦ ਨਹੀਂ ਹੋਇਆ। ਦੂਜੀ ਗੱਲ, ਇਟ ਇਜ਼ ਅ ਮੈਟਰ ਆਫ ਇਨਕੁਆਇਰੀ ਵੀ ਪੈਸੇ ਪਲਾਂਟ ਕੀਤੇ ਗਏ ਹੈ, ਪੈਸੇ ਅਕਾਊਂਟ ਕੀਤੇ ਜਾ ਸਕਦੇ, ਅਕਾਊਂਟ ਬੰਦਾ ਕਰ ਸਕਦਾ ਹੈ, ਜਾਂ ਫਿਰ ਕੋਈ ਕਨਸਪੀਰੇਸੀ ਹੈ ਇਹਦੇ ਪਿੱਛੇ, ਜਾਂ ਫਿਰ ਕੋਈ ਹੋਰ ਐਂਗਲ ਹੈ। ਉਹ ਇਨਕੁਆਇਰੀ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ। ਯੂ ਕੈਨੋਟ ਜੰਪ ਟੂ ਦ ਕੰਕਲੂਜਨਸ। ਤੇ ਜੇ ਜੰਪ ਕਰਨਾ ਹੈ ਤਾਂ ADR ਦੀ ਰਿਪੋਰਟ ਕਹਿੰਦੀ ਕਿ 10% MLAs ਸ਼੍ਰੋਮਣੀ ਅਕਾਲੀ ਦਲ ਦੇ ਆਫ ਸੀਰੀਅਸ ਕ੍ਰਿਮੀਨਲ ਕੇਸਿਸ ਦੇ ਬੈਕਗ੍ਰਾਉਂਡ ਦੇ ਆ, ਔਰਤਾਂ ਖਿਲਾਫ ਜਿਹੜੇ ਕੀਤੇ ਆ ਕੇਸ, ਤਾਂ ਇਹਨਾਂ ਨੂੰ ਤਾਂ ਆਪਣਾ ਸਸਪੈਂਡ ਕਰ ਦੇਣਾ ਚਾਹੀਦਾ। ਇਹਨਾਂ ਦੇ ਚੀਫ ਜਿਹੜੇ ਹੈਗੇ ਸੁਖਬੀਰ ਸਾਹਿਬ, ਉਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ। ਮਜੀਠੀਆ ਸਾਹਿਬ ਨੂੰ MLAਸ਼ਿਪ ਛੱਡਣੀ ਚਾਹੀਦੀ ਹੈ। ਜੇ ਐਲੀਗੇਸ਼ਨ ਦੇ ਹਿਸਾਬ ਨਾਲ ਤੁਸੀਂ ਦੋਸ਼ੀ ਨਹੀਂ, ਉਹ ਤਾਂ ਦੇਖੋ ਸਰ, ਤੁਸੀਂ ਖੁਦ ਲਾਇਰ ਹੋ ਤਾਂ ਤੁਸੀਂ ਇਹ ਚੀਜ਼ਾਂ ਬਾਖੂਬੀ ਸਮਝਦੇ ਹੋ, ਪਰ ਉਸਦੇ ਵਿਚਾਲੇ ਸਵਾਲ ਇਹ ਜ਼ਰੂਰ ਉੱਠਦਾ ਹੈ ਕਿ ਆਖਿਰ ਜੇ ਕੈਸ਼ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਤਾਂ ਫਿਰ ਉਹ ਜਾਂਚ ਤੋਂ ਬਾਅਦ ਸਾਹਮਣੇ ਆਵੇ। ਫਿਲਹਾਲ ਜਿਹੜੀਆਂ ਤਸਵੀਰਾਂ ਆਈਆਂ ਨੇ ਉਸ ਦੇ ਉੱਤੇ ਕੀ ਪ੍ਰਤੀਕਰਮ ਹੋਏਗਾ? ਕਲੇਰ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ? ਕਲੇਰ ਸਾਹਿਬ, ਮੈਂ ਇੱਕ ਹੋਰ ਚੀਜ਼ ਵੀ ਜਾਣਨੀ ਚਾਹੁੰਦਾ। ਪਹਿਲੀ ਗੱਲ ਤਾਂ ਇਹ ਕਹਿਣਾ ਕਿ ਦੇਖੋ, ਸਵਾਲ ਇਹ ਵੀ ਹੈ ਕਿ ਹਾਂ ਕਲੇਰ ਸਾਹਿਬ, ਇੱਕ ਛੋਟਾ ਜਿਹਾ ਮੇਰਾ ਸਵਾਲ ਹੈ ਕਿ ਜਦੋਂ ਕੋਈ ਪਰਚਾ ਹੋ ਗਿਆ ਤਾਂ ਅਕਾਲੀ ਦਲ ਨੂੰ ਲੱਗਦਾ ਵੈਂਡੇਟਾ ਹੈ, ਤੇ ਜਦੋਂ ਹੁਣ ED ਦਾ ਛਾਪਾ ਕਾਂਗਰਸ ਤੇ ਪੈ ਗਿਆ ਤਾਂ ਹੁਣ ਤੁਹਾਨੂੰ ਵੈਂਡੇਟਾ ਕਿਉਂ ਨਹੀਂ ਨਜ਼ਰ ਆਉਂਦਾ ਇਸ 'ਚ? ਗੌਰਵ ਜੀ, ਸਭ ਤੋਂ ਪਹਿਲੀ ਗੱਲ ਹੈ ਕਿ ਦੋ ਚੀਜ਼ਾਂ ਕਾਂਗਰਸ ਝੂਠ ਬੋਲ ਰਹੀ ਹੈ ਔਰ ਇਹਨਾਂ ਦੇ ਪ੍ਰਵਕਤਾ ਝੂਠ ਬੋਲ ਰਹੇ। ਪਹਿਲਾਂ ਤਾਂ ਮੈਂ ਕਹਿਣਾ ਕਿ ਖੜਿਆਲ ਸਾਹਿਬ ਵਕੀਲ ਨੇ ਇਹ ਹੋਮਵਰਕ ਕਰਕੇ ਆਉਣ
ਆਲਰੇਡੀ ਇੱਕ CWP 31506 2018 ਦੀ ਹਾਈ ਕੋਰਟ ਦੇ ਵਿੱਚ ਚੱਲ ਰਹੀ ਹੈ, ਜਿਹਦੇ ਵਿੱਚ ਰੋਪੜ ਜਿਹੜੀ ਮਾਈਨਿੰਗ ਚੱਲ ਰਹੀ ਹੈ ਉਹਦੀ CBI ਇਨਕੁਆਇਰੀ ਮਾਰ ਕੇ, ਉਹਦੀ CBI ਇਨਕੁਆਇਰੀ ਮਾਰ ਕੇ ਪਹਿਲਾਂ ਪੜ੍ਹ ਲਓ। ਔਰ ਜਿਹੜੀ ਦੂਜੀ ਵੱਡੀ ਗੱਲ ਹੈ, ਦੇਖੋ ਗੌਰਵ ਜੀ ਇਹਨਾਂ ਨੂੰ ਆਦਤ ਹੈ ਵਿੱਚ ਬੋਲਣਾ ਸ਼ੁਰੂ ਕਰ ਦਿੰਦੇ ਨੇ, ਇਹਨਾਂ ਨੂੰ ਕੋਈ ਗੱਲ ਦੱਸੋ ਤਾਂ ਸੁਣਦੇ ਨਹੀਂ ਇਹ ਬੰਦੇ। ਖੜਿਆਲ ਸਾਹਿਬ ਸੁਣ ਲਓ ਇੱਕ ਵਾਰੀ ਤੁਸੀਂ ਵੀ CWP 31 ਪਲੀਜ਼ CWP 31506 2018 ਪਲੀਜ਼ ਮੈਂ ਤਾਂ ਸਾਰਿਆਂ ਨੂੰ ਰਿਕੁਐਸਟ ਹੀ ਹਮੇਸ਼ਾ ਕਰਦਾ ਕਿ ਲੋਕਾਂ ਨੂੰ ਸਮਝ ਆਵੇ ਨਾ, ਦਰਸ਼ਕ ਫਿਰ ਸਮਝ ਨਹੀਂ ਪਾਉਂਦੇ। ਤੁਹਾਡੇ ਤੱਕ ਵੀ ਗੱਲ ਪਹੁੰਚਦੀ ਹੋਣੀ ਹੈ ਦਰਸ਼ਕਾਂ ਦੀ, ਮੇਰੇ ਤੱਕ ਵੀ ਮੈਸੇਜ ਪਹੁੰਚਦੇ ਨੇ ਕਿ ਸਮਝ ਨਹੀਂ ਆ ਰਿਹਾ ਕਿ ਆਖਿਰ ਉੱਥੇ ਬਹਿਸ ਹੋਈ ਕਿਹੜੀ ਗੱਲ ਤੇ ਕਹਿਣਾ ਕੀ ਸੀ। ਕਲੀਅਰ ਸਾਹਿਬ ਨੇ ਇੱਕ ਸੈਕਿੰਡ, ਖੜਿਆਲ ਸਾਹਿਬ ਤੁਸੀਂ ਆਪਣਾ ਰਿਐਕਸ਼ਨ ਦਿਓ, ਤੁਸੀਂ ਥੋੜਾ ਜਿਹਾ ਹੋਲਡ ਕਰੋ। ਖੜਿਆਲ ਸਾਹਿਬ ਪਲੀਜ਼, ਠੀਕ ਹੈ ਖੜਿਆਲ ਸਾਹਿਬ ਥੋੜਾ ਜਿਹਾ ਹੋਲਡ ਕਰੋ, ਇੱਕ ਵਾਰੀ ਕਲੀਅਰ ਜੀ ਨੂੰ ਕੰਪਲੀਟ ਕਰ ਲੈਣਾ ਤਾਂ ਤੁਹਾਡੇ ਤੋਂ ਮੈਂ ਰਿਐਕਸ਼ਨ ਲਵਾਂਗਾ। ਮੇਰੇ ਸਾਹਿਬ ਕੰਪਲੀਟ ਕਰ ਲਓ ਤਾਂ ਕਰਕੇ ਇਹਨਾਂ ਦੀ ਮੈਡੀਸਿਨ ਟੈਸਟ ਕਰਾ ਰਿਹਾ ਸੀਗਾ ਜੀ, ਇਹਨਾਂ ਦੀ ਦਵਾਈ ਚਲੋ ਠੀਕ ਹੈ। CWP 31506 2018 ਦੀ ਰੋਪੜ ਦੇ ਵਿੱਚ ਇਲੀਗਲ ਮਾਈਨਿੰਗ ਦੀ CBI ਇਨਕੁਆਇਰੀ ਮਾਰ ਕੇ ਰਕੇਸ਼ ਚੌਧਰੀ, ਜਿਹੜਾ ਕਿ ਸਾਰੇ ਪੰਜਾਬ ਦੇ ਵਿੱਚ CM ਚੰਨੀ ਦਾ ਕੰਟਰੈਕਟਰ ਹੈ, ਉਹਦੇ ਖਿਲਾਫ CBI ਦੀ ਇਨਕੁਆਇਰੀ ਹੈ। ਨੰਬਰ 2, ਮੁੱਖ ਮੰਤਰੀ ਨੇ ਪ੍ਰੈਸ 'ਚ ਆ ਕੇ ਝੂਠ ਬੋਲਿਆ ਕਿ FIR ਜਿਹੜੀ ਇਹ ਹੈਗੀ ਹੈ ਇਹਦੇ 'ਚ ਮੇਰੇ ਭਤੀਜੇ ਦਾ ਨਾਮ ਨਹੀਂ ਹੈਗਾ, ਇਹਦੇ 'ਚ ਕੁਦਰਤਦੀਪ ਸਿੰਘ ਬਕਾਇਦਾ ਬਾਈ ਨੇਮ ਹੈ। ਹੁਣ ਕੁਦਰਤਦੀਪ ਸਿੰਘ ਕੌਣ ਹੈ? ਹੁਣ ਇੱਕ ਓਵਰਸੀਜ਼ ਕੰਸਲਟੈਂਟ ਕੰਪਨੀ ਹੈ ਜਿਹੜੀ ਇਹ ਮਾਫੀਆ ਚਲਾਉਂਦੀ ਹੈ, ਉਹਦੇ 2 ਡਾਇਰੈਕਟਰ ਨੇ, ਇੱਕ ਕੁਦਰਤਦੀਪ, ਇੱਕ ਭੁਪਿੰਦਰ ਸਿੰਘ ਹਨੀ, ਇਹ 2 ਬੰਦੇ ਨੇ ਜਿਹੜੇ ਚਲਾਉਂਦੇ ਨੇ। ਸੋ ਫੇਰ ਝੂਠ ਬੋਲਦੇ ਨੇ। ਸੋ ਕਿਤੇ ਨਾ ਕਿਤੇ ਇਹ ਹੁਣ ਆਪਣੇ ਜਾਲ 'ਚ ਫਸ ਚੁੱਕੇ ਨੇ। ਇਲੀਗਲ ਮਾਈਨਿੰਗ ਕਰਦੇ ਸੀ, ਇਕਬਾਲ ਸਰਪੰਚ ਤੇ ਉਹਦੀ ਵੀਡੀਓ ਆ ਗਈ। ਹੁਣ ਤੀਜੀ ਗੱਲ ਪੁੱਛੋ, ਦਰਸ਼ਨ ਸਿੰਘ ਜਿਹਨੇ ਸਟਿੰਗ ਆਪਰੇਸ਼ਨ ਕੀਤਾ, ਇਹਨਾਂ ਨੇ ਉਹਦੇ ਖਿਲਾਫ ਇੱਕ ਸ਼ਬਦ ਬੋਲਿਆ, ਉਹਦੀ ਕ੍ਰੈਡੀਬਿਲਿਟੀ ਤੇ ਕੱਲ ਦੀ ਸਰਕਾਰ ਚੁੱਪ ਬੈਠੀ ਹੈ। ਇਹਨਾਂ ਨੇ ਦਰਸ਼ਨ ਸਿੰਘ ਦੀ ਕ੍ਰੈਡੀਬਿਲਿਟੀ, ਜਿਹੜਾ ਬੰਦਾ ਸਟਿੰਗ ਆਪਰੇਸ਼ਨ ਕਰਕੇ ਲਿਆਇਆ, ਉਹਦੇ ਕੋਈ ਸਵਾਲ ਚੱਕਿਆ? ਔਰ ਇਹ ਜਿਹੜੇ ਹੈਗੇ ਕਿਉਂਕਿ ਫਸ ਚੁੱਕੇ ਨੇ, ਇਹ ਆਪਣੇ ਜਾਲ 'ਚ ਹੀ ਫਸ ਚੁੱਕੇ ਨੇ। ਔਰ CM ਦਾ ਚਿਹਰਾ ਲੋਕਾਂ ਦੇ ਵਿੱਚ ਨੰਗਾ ਹੋ ਚੁੱਕਿਆ ਹੈ ਕਿ ਕਿਸ ਤਰੀਕੇ CM ਨੇ ਲੁੱਟ ਕੀਤੀ ਹੈ। ਹੁਣ ਖੜਿਆਲ ਸਾਹਿਬ ਪਤਾ ਕੀ ਹੈ ਜੀ, ਇਹਨਾਂ ਕੋਲੇ ਕਹਿਣ ਨੂੰ ਕੁਝ ਹੁੰਦਾ ਨਹੀਂ, ਇਹਨਾਂ ਨੇ ਰੌਲਾ ਪਾਉਣਾ, ਇੰਟਰਪਟ ਕਰਨਾ। ਸੋ ਮੈਂ ਕਹੂੰਗਾ ਕਿ ਪੜ੍ਹਿਆ ਕਰੋ ਖੜਿਆਲ ਸਾਹਿਬ। ਤੁਸੀਂ ਕਿਹਾ ਕਿ CBI ਇਨਕੁਆਇਰੀ ਨਹੀਂ ਹੈਗੀ ਹੈ, CWP 31506 2018 ਰਕੇਸ਼ ਚੌਧਰੀ, ਇਹ ਜਿਹੜੇ ਤਾਰ ਨੇ ਨਾ ਗੌਰਵ ਜੀ, ਇਹਨਾਂ ਦੇ AICC ਦਫ਼ਤਰ ਤੱਕ ਜਾਣੇ ਨੇ। ਹਰੀਸ਼ ਚੌਧਰੀ, ਰਕੇਸ਼ ਚੌਧਰੀ, ਤੁਸੀਂ 2 ਦਿਨ ਖੜੋ, ਤੁਹਾਨੂੰ ਹੋਰ ਸਟਿੰਗ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ 'ਚੋਂ ਪੈਸਾ ਲੁੱਟ ਕੇ AICC ਦਾ ਦਫ਼ਤਰ ਚਲਾਇਆ ਜਾ ਰਿਹਾ ਹੈ। AICC ਦਾ ਦਫ਼ਤਰ 3 ਸਟੇਟਾਂ 'ਚ ਚੱਲਦਾ ਹੈ। ਤਾਂ ਹੀ ਤਾਂ ਚਲੋ ਮੇਰੇ ਕੋਲ ਸਮਾਂ ਪੂਰਾ ਮੈਂ ਖੜਿਆਲ ਸਾਹਿਬ ਦਾ ਇੱਕ ਰਿਐਕਸ਼ਨ ਲੈਣਾ, ਫਿਰ ਉਸ ਤੋਂ ਬਾਅਦ ਮੈਂ ਵਾਈਂਡ ਅਪ ਕਰਾਂਗਾ। ਮੈਂ ਛੋਟਾ ਇਨਫੈਕਟ ਸਭ ਦਾ ਰਿਐਕਸ਼ਨ ਲੈ ਲਵਾਂ। ਆਪਣੇ ਝੂਠ 'ਚ ਫਸ ਗਏ ਨੇ, ਚਿਹਰੇ ਨੰਗੇ ਹੋ ਗਏ ਨੇ, ਹੁਣ ਰੌਲਾ ਪਾਉਂਦੇ ਚੈਨਲ ਤੇ ਬਹਿ ਕੇ। ਠੀਕ ਹੈ ਖੜਿਆਲ ਸਾਹਿਬ 20 ਸੈਕਿੰਡਸ ਲਿਓ ਪਲੀਜ਼, ਬਾਕੀ ਇੱਕ ਕਰਕੇ ਬੋਲੋ ਤਾਂ ਲੋਕਾਂ ਤੱਕ ਗੱਲ ਪਹੁੰਚੇ। ਖੜਿਆਲ ਸਾਹਿਬ ਜੀ, ਮੈਂ ਦੇਖੋ ਤੁਹਾਨੂੰ ਕਨਵਿਕਸ਼ਨ ਰੇਟ ਦੱਸਿਆ ਵੀ 1% ਹੈ, 700 ਪਲੱਸ ਕੇਸ ਦਰਜ ਹੁੰਦੇ ਆ, ਲੇਕਿਨ ਸਿਰਫ ਔਰ ਸਿਰਫ 9 ਨੂੰ ਸਜ਼ਾ ਹੁੰਦੀ ਹੈ। ਬੋਲੋ ਖੜਿਆਲ ਸਾਹਿਬ 10 ਕਰੋੜ ਬਾਰੇ, ਲੋਕਾਂ ਦੀ ਵਾਰੀ 'ਚ ਬਹੁਤ ਬੋਲਣਾ ਆਉਂਦਾ ਤੁਹਾਨੂੰ। 10 ਕਰੋੜ ਬਾਰੇ ਬੋਲੋ। ਕਨਵਿਕਸ਼ਨ ਦੀ ਕੌਣ ਗੱਲ ਕਰ ਰਿਹਾ ਹੈ ਗੌਰਵ ਜੀ? ਕਨਵਿਕਸ਼ਨ ਦੀ ਗੱਲ ਕਰ ਰਿਹਾ ਹੈ। ਇਹ ਤੇ ਅੱਗੇ 4 ਸਟੈਪ ਅੱਗੇ ਚਲੇ ਗਏ ਨੇ, 4 ਸਟੈਪ ਅੱਗੇ ਚਲੇ ਗਏ ਨੇ। ਕਨਵਿਕਸ਼ਨ ਦੀ ਕੌਣ ਗੱਲ ਕਰ ਰਿਹਾ ਇੱਥੇ? ਤੁਸੀਂ ਅੱਜ ਦੇ ਦਿਨ ਦੀ ਜਵਾਬ ਦਿਓ ਨਾ, ਅੱਜ ਦੇ ਦਿਨ ਦਾ। ਪੰਜਾਬ ਨੂੰ ਤੁਹਾਡੇ ਬਿਹਾਫ ਤੇ ਲੁੱਟ ਰਿਹਾ ਸਾਲਾਪੁਰ ਵਾਲਾ, ਉਹਦੇ ਬਾਰੇ ਬੋਲੋ। ਇਹ ਗੱਲਾਂ ਪੰਜਾਬ ਨੂੰ ਜਵਾਬ ਚਾਹੀਦਾ। ਇਹ ਉਧਰਲੀ ਗੱਲਾਂ ਨਾਲ ਨਹੀਂ ਕੰਮ ਚੱਲਣਾ। ਮੈਂ ਬੋਲਣ ਨਹੀਂ ਦੇਣਾ ਜੇ ਪੰਜਾਬ ਦਾ ਜਵਾਬ ਨਹੀਂ ਦੇਣਾ। ਸੋ ਖੜਿਆਲ ਸਾਹਿਬ ਜਾਂ ਤਾਂ ਫੈਕਟ ਦੇ ਉੱਤੇ ਆਓ ਜਾਂ ਗੱਲ ਦੱਸੋ। ਝੂਠ ਨਹੀਂ ਚੱਲਣ ਦੇਣਾ, ਝੂਠ ਨਹੀਂ ਚੱਲਣ ਦੇਣਾ ਖੜਿਆਲ ਸਾਹਿਬ। ਝੂਠ ਤਾਂ ਬੋਲਣ ਨਹੀਂ ਦੇਣਾ। ਜਵਾਬ ਦਿਓ ਗੱਲ ਦਾ। 10 ਕਰੋੜ ਰੁਪਏ ਵਾਲਾ ਦੱਸੋ ਕਿਉਂ ਲੱਭਿਆ? ਗੌਰਵ ਜੀ 2 ਫਰਕ ਹੈ ਦੇਖੋ। ਇਹ ਕਹਿੰਦੇ ਆ ਹਵਾਈ ਗੱਲਾਂ ਕਰਦੇ ਆ, ਕੋਈ ਪ੍ਰੂਫ ਨਹੀਂ। ਜਿਹੜੀਆਂ ਗੱਲਾਂ ਮੈਂ ਕਹਿੰਦਾ ਮਜੀਠੀਆ ਸਾਹਿਬ ਖਿਲਾਫ, ਉਹਨਾਂ ਦਾ ਪ੍ਰੂਫ ਵੀ, ਉਹਨਾਂ ਦੇ ਵਿਟਨੈਸ ਵੀ, ਉਹਨਾਂ ਦੇ ਸੋਰਸ ਵੀ, ਉਹਨਾਂ ਦੇ ਐਵੀਡੈਂਸ ਵੀ, ਸਭ ਕੁਝ ਹੈ। ਹਵਾਈ ਗੱਲ ਕਰਦੇ ਆ ਇਹ, ਹਵਾਈ ਗੱਲਾਂ ਨਹੀਂ। 31506 CWP ਹੈਗਾ ਕਿ ਨਹੀਂ ਹੈਗਾ? CBI ਇਨਕੁਆਇਰੀ ਰਕੇਸ਼ ਚੌਧਰੀ ਦੀ ਹੋਈ ਕਿ ਨਹੀਂ ਹੋਈ ਹਾਈ ਕੋਰਟ ਵੱਲੋਂ? ਚਲੋ ਮੇਰੇ ਕੋਲ ਸਮਾਂ ਖਤਮ ਹੋ ਰਿਹਾ ਪਲੀਜ਼। ED ਦਿਖਾ ਰਹੀ ਕਿ ਨਹੀਂ ਦਿਖਾ ਰਹੀ? ਦੇਖੋ ਸਵਾਲ ਸਾਰੇ ਸਟੈਂਡ ਕਰਨਗੇ ਇਸ ਤਰੀਕੇ ਨਾਲ ਤਾਂ ਫਿਰ ਡਿਬੇਟ ਦਾ ਅੰਤ ਨਹੀਂ ਹੋ ਸਕਦਾ ਨਾ, ਕਿ ਇੱਕ ਦੂਜੇ ਨੂੰ ਵਿਚਾਲੇ ਟੋਕੀ ਜਾਈਏ। ਨਹੀਂ ਗੱਲ ਬਣਦੀ ਇਸ ਤਰੀਕੇ ਨਾਲ। ਠੀਕ ਹੈ ਗਰਗ ਸਾਹਿਬ ਇੱਕ ਲਾਸਟ ਰਿਐਕਸ਼ਨ ਤੁਹਾਡਾ ਛੋਟਾ ਜਿਹਾ। ਫੈਕਟਸ ਤੇ ਨਹੀਂ ਗੱਲ ਕਰਦੇ ਗਰਗ ਸਾਹਿਬ 20 ਸੈਕਿੰਡਸ ਪਲੀਜ਼। ਮੈਂ ਲਾਸਟ 'ਚ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜਾ ਮਾਫੀਆ ਚੱਲ ਰਿਹਾ, ਸਰਕਾਰੀ ਪੁਸ਼ਤ ਪਨਾਹੀ ਹੈਗੀ ਹੈ। ਇਸੇ ਕਰਕੇ ਈਡੀ ਦੀ ਰੇਡ ਦੇ ਵਿੱਚ ਇੰਨੇ ਪੈਸੇ ਮਿਲੇ ਤੇ ਇਹ ਰੋ ਰਹੇ ਹੈ। ਅਸੀਂ ਇਸ ਕਰਕੇ ਈਡੀ ਦੀ ਰੇਡ ਤੋਂ ਨਹੀਂ ਡਰਦੇ, ਕਿਉਂਕਿ ਅਸੀਂ ਸੱਚੇ ਹਾਂ ਔਰ ਸਾਡੇ ਤੇ ਹੁਣ ਤੱਕ ਜਿੰਨੀਆਂ ਰੇਡਾਂ ਹੋਈਆਂ ਉਹ ਚੋਂ ਕੱਖ ਨਹੀਂ ਮਿਲਿਆ। ਜੈ ਬੰਸ ਜੀ
ਦੇਖੋ ਫੇਰ ਇੱਕ ਮੈਂ ਵਾਰੀ ਇਹ ਕਹਿਣਾ ਜੋੜਿਆ ਜਾ ਰਿਹਾ ਚਾਹੁੰਦਾ ਇਲੈਕਸ਼ਨ ਦੇ ਨਾਲ ਚੀਜ਼ਾਂ ਤਰੀਕੇ ਦੇ ਨਾਲ ਅੱਜ ਦੇ ਤਰੀਕੇ ਦੇ ਨਾਲ ਖੜਿਆਲ ਸਾਹਿਬ ਬੁਖਲਾਏ ਹੋਏ ਨੇ, ਉਤੋਂ ਬਿਲਕੁਲ ਪਤਾ ਲੱਗ ਜਾਂਦਾ ਹੈ ਕਿ ਸੀਐਮ ਚੰਨੀ ਜਿਹੜੇ ਨੇ ਉਹ ਵੀ ਇਸ ਚੀਜ਼ 'ਚ ਇਨਵੋਲਡ ਨੇ, ਤੇ ਮੇਰੇ ਹਿਸਾਬ ਦੇ ਨਾਲ ਤੇ ਉਹ ਕਾਰਜਕਰਤਾ ਸੀਐਮ ਬੇਸ਼ੱਕ ਹੋਣ, ਆਨਰੇਬਲ ਚੀਜ਼ ਇਹੋ ਹੀ ਹੋਏਗੀ ਕਿ ਉਹ ਆਪਣੀ ਪੋਜੀਸ਼ਨ ਤੋਂ ਸਟੈਪ ਡਾਊਨ ਕਰ ਜਾਣ ਤਾਂ ਕਿ ਅੱਛੀ ਇਨਕੁਆਇਰੀ ਹੋ ਸਕੇ ਤੇ ਇਹਨਾਂ ਦੀ ਪਾਰਟੀ ਦੀ ਕੁਝ ਇੱਜ਼ਤ ਬਚ ਜਾਏ। ਚਲੋ ਸ਼ੁਕਰੀਆ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਕੋਲ ਸਮਾਂ ਖਤਮ ਹੋ ਚੱਲਿਆ ਹੈ ਇਸ ਚਰਚਾ ਦੇ ਵਿੱਚ, ਕਿਉਂਕਿ ਈਡੀ ਦੇ ਛਾਪਿਆਂ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਔਰ ਇਲੈਕਸ਼ਨ ਤੋਂ 25-28 ਦਿਨ ਪਹਿਲਾਂ ਕਿਸੇ ਉੱਤੇ ਔਰ ਕਿੰਨੇ ਗੱਲਬਾਤ ਕਰੀਏ ਤਾਂ ਹਰ ਪੋਲੀਟੀਕਲ ਪਾਰਟੀ ਚਾਹੁੰਦੀ ਹੈ ਕਿ ਅਸੀਂ ਆਪਣਾ ਪੱਖ ਰੱਖ ਸਕੀਏ, ਲੋਕਾਂ ਤੱਕ ਗੱਲ ਪਹੁੰਚ ਸਕੇ, ਇਹ ਵੀ ਜ਼ਰੂਰੀ ਹੁੰਦਾ ਹੈ। ਔਰ ਕਈ ਵਾਰੀ ਜਦੋਂ 3-4-5 ਲੋਕ ਇਕੱਠੇ ਬੋਲ ਰਹੇ ਨੇ ਤਾਂ ਫਿਰ ਲੋਕਾਂ ਤੱਕ ਗੱਲ ਨਹੀਂ ਪਹੁੰਚ ਪਾਉਂਦੀ। ਪਰ ਕੀ ਬਾਕੀ ਈਡੀ ਦੀ ਰੇਡ ਦੇ ਪਿੱਛੇ ਕੋਈ ਸਿਆਸੀ ਜਾਂ ਚੋਣ ਕਨੈਕਸ਼ਨ ਹੈ? ਇੱਕ ਵੱਡਾ ਸਵਾਲ ਹੈ, ਜਾਂਚ ਦਾ ਵਿਸ਼ਾ ਜ਼ਰੂਰ ਹੋ ਸਕਦਾ ਹੈ, ਪਰ ਵਾਰ-ਵਾਰ ਨੋਟਾਂ ਦੇ ਬੰਡਲਾਂ ਨੂੰ ਲੈ ਕੇ ਸਵਾਲ ਉੱਠ ਰਹੇ ਨੇ। ਖੈਰ ਪੰਜਾਬ ਦੀ ਜਨਤਾ ਤੈਅ ਕਰੇਗੀ, ਸਭ ਕੁਝ ਲੋਕ ਜਾਣਦੇ ਨੇ। ਉਹ ਕਿਹਾ ਜਾਂਦਾ ਨਾ ਕਿ ਪਬਲਿਕ ਸਭ ਜਾਣਦੀ ਹੈ, ਤਾਂ ਪਬਲਿਕ ਨੂੰ ਸਭ ਕੁਝ ਪਤਾ ਹੈ ਕਿ ਛਾਪਿਆਂ ਦੀ ਟਾਈਮਿੰਗ ਕੀ ਹੈ ਤੇ ਇਹ ਸਭ ਦੇ ਵਿਚਾਲੇ ਜੋ ਈਡੀ ਦੀ ਕਾਰਵਾਈ ਹੈ ਉਹ ਕੀ ਹੈ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ।